Hello everyone. Today we will start oogenesis. So what do you mean by oogenesis? Beta look at this. ਇਹ ਜਿੱਥੇ ਵੀ word ਹੁੰਦਾ ਨਾ that is genesis. ਇਹਦਾ ਮਤਲਬ ਕੀ ਹੁੰਦਾ formation. Means formation of mature gamete that is called oogenesis. And this mature gamete this is called ova. Ova ਵੀ ਅਸੀਂ ਇਹਨੂੰ ਕਹਿ ਦਿੰਦੇ ਆ and second is ooted. Ooted ਵੀ ਬੋਲ ਦਿੰਦੇ ਆ. ਠੀਕ ਹੈ ਵੀ ਆਲਰੇਡੀ ਡਿਸਕਸ ਕਿ ਕੀ ਹੁੰਦਾ ਹੈਗਾ ਅਸੀਂ ਕੱਲ ਜਦੋਂ ਅਸੀਂ ਫੋਲੀਕਲਸ ਕੀਤੇ ਸੀ ਓਵੇਰੀਅਨ ਫੋਲੀਕਲਸ ਦੀ ਗੱਲ ਕੀਤੀ ਸੀ ਆਈ ਆਲਰੇਡੀ ਟੋਲਡ ਯੂ ਕਿ ਜਿਹੜੇ ਇਹ ਪ੍ਰੈਗਨੈਂਸੀ ਦੇ ਵਿੱਚ ਕੀ ਹੁੰਦਾ ਕਿ ਫੋਲੀਕਲਸ ਦੀ ਜਿਹੜੇ ਡਿਵੈਲਪਮੈਂਟ ਹੁੰਦੀ ਆ ਇਹ ਸਟਾਰਟ ਹੋ ਜਾਂਦੀ ਆ ਕਿਹੜੇ ਟਾਈਮ ਸਟਾਰਟ ਹੁੰਦੀ ਹੈ ਐਟਲੀਸਟ ਸੈਕਿੰਡ ਮੰਥ ਆਫ ਪ੍ਰੈਗਨੈਂਸੀ ਦੇ ਵਿੱਚ ਸਟਾਰਟ ਹੋ ਜਾਂਦੀ ਆ ਕਦੋਂ ਸਟਾਰਟ ਹੋ ਜਾਂਦੀ ਹੈ ਪ੍ਰੈਗਨੈਂਸੀ ਦੇ ਵਿੱਚ ਫੋਲੀਕਲ ਦੀ ਡਿਵੈਲਪਮੈਂਟ ਸੈਕਿੰਡ ਮੰਥ ਆਫ ਪ੍ਰੈਗਨੈਂਸੀ ਔਰ ਇਹ ਕਦੋਂ ਤੱਕ ਰਹਿੰਦੀ ਹੈ at the end of fifth and half month at the end of 5.5 month ਠੀਕ ਹੈ ਮਤਲਬ ਕਿ ਇੰਨੇ ਟਾਈਮ ਤੱਕ ਜਿਹੜੇ ਹੈਗੇ ਜਿੰਨੇ ਵੀ ਫੋਲੀਕਲਸ ਹੁੰਦੇ ਨੇ ਉਹ ਬਣ ਜਾਂਦੇ ਨੇ ਠੀਕ ਹੈ ਯਾਨੀ ਕਿ ਸੈਕਿੰਡ ਮੰਥ ਤੋਂ ਸਟਾਰਟ ਹੋ ਕੇ ਕਦੋਂ ਤੱਕ 5.5 ਮੰਥ ਤੱਕ ਜੋ ਫੋਲੀਕਲਸ ਨੇ ਉਹ ਸਾਰੇ ਕੀ ਹੋ ਜਾਂਦੇ ਨੇ ਬਣ ਜਾਂਦੇ ਨੇ ਮੀਨਸ ਕਿ ਅਗਰ ਅਸੀਂ ਕੱਲ ਗੱਲ ਕੀਤੀ ਸੀ ਅਸੀਂ ਕਿਹਾ ਸੀ ਕਿ ਬਿਫੋਰ ਬਰਥ I already told you that before birth how many primary follicles are there in the ovary ਅਗਰ ਅਸੀਂ ਗੱਲ ਕਰੀਏ ਜਿਹੜੇ ਸਾਡੇ ਫੀਟਸ ਦੇ ਵਿੱਚ ਹੁੰਦੇ ਨੇ ਠੀਕ ਹੈ ਬਿਫੋਰ ਬਰਥ ਜਿਹੜੇ ਹੁੰਦੇ ਨੇ ਅਗਰ ਅਸੀਂ ਪ੍ਰਾਇਮਰੀ ਫੋਲੀਕਲਸ ਦੀ ਗੱਲ ਕਰਦੇ ਆ ਬੱਚੇ ਤਾਂ ਇਹ ਕਿੰਨੇ ਹੁੰਦੇ ਨੇ ਅਸੀਂ ਕੀਤਾ ਸੀਗਾ 7 ਮਿਲੀਅਨ ਅਰਾਊਂਡ 7 ਮਿਲੀਅਨ ਪਰ ਓਵਰੀ ਬਿਫੋਰ ਬਰਥ ਇਸ ਤੋਂ ਬਾਅਦ ਜਿਹੜਾ ਹੈ ਹੁਣ ਅਸੀਂ ਗੱਲ ਕਰਦੇ ਐਟ ਬਰਥ 'ਤੇ ਕਿੰਨੇ ਹੋ ਜਾਂਦੇ ਨੇ ਜਿਹੜੇ ਇਹ ਪ੍ਰਾਇਮਰੀ ਫੋਲੀਕਲਸ ਨੇ ਇਹਨਾਂ ਦਾ ਨੰਬਰ ਕਿੰਨਾ ਹੋ ਜਾਂਦਾ ਬੇਟਾ 3 to 4 ਮਿਲੀਅਨ ਪਰ ਓਵਰੀ 3 to 4 ਮਿਲੀਅਨ ਪਰ ਓਵਰੀ ਉਸ ਤੋਂ ਬਾਅਦ ਹੋ ਗਿਆ ਬਰਥ ਠੀਕ ਹੈ ਬਰਥ ਟਿਲ ਪਿਊਬਰਟੀ ਤੱਕ ਕਿੰਨੇ ਹੋਣਗੇ ਬਰਥ ਤੋਂ ਲੈ ਕੇ ਇਹ ਹੋਣਗੇ 60,000 to 80,000 60,000 to 80,000 ਪਰ ਓਵਰੀ ਦੋਨੋਂ ਹੋ ਗਏ ਠੀਕ ਹੈ ਹੁਣ ਯਾਨੀ ਕਿ ਜਿੰਨੇ ਵੀ ਫੋਲੀਕਲ ਬਣਨੇ ਸੀ ਇਸ ਟਾਈਮ ਤੱਕ ਜਿਹੜੇ ਹੈਗੇ ਉਹ ਬਣ ਚੁੱਕੇ ਨੇ ਪ੍ਰੋਪਰ ਨੋ ਫਰਦਰ ਪ੍ਰਾਇਮਰੀ ਫੋਲੀਕਲ ਜਿਹੜੇ ਹੈਗੇ ਨੇ ਆਰ ਮਤਲਬ ਫਾਰਮਡ ਕੋਈ ਵੀ ਪ੍ਰਾਇਮਰੀ ਫੋਲੀਕਲਸ ਬਾਅਦ ਦੇ ਵਿੱਚੋਂ ਨਹੀਂ ਬਣਨਾ ਹੈਗਾ ਠੀਕ ਹੈ ਮੀਨਸ ਕਿ 5.5 ਮੰਥ ਤੱਕ ਜੋ ਬਣਨਾ ਸੀ ਬਣ ਚੁੱਕਿਆ ਹੁਣ ਠੀਕ ਹੈ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਸਾਡਾ ਪ੍ਰਾਇਮਰੀ ਫੋਲੀਕਲ ਹੈਗਾ ਜਿੱਦਾਂ ਅਸੀਂ ਕਿਹਾ ਸੀ ਨਾ ਕਿ ਸਾਡਾ ਪ੍ਰਾਇਮਰੀ ਫੋਲੀਕਲ ਹੈ ਇਹ ਪ੍ਰਾਇਮਰੀ ਫੋਲੀਕਲ ਜਿਹੜਾ ਹੋਏਗਾ ਪਿਊਬਰਟੀ ਟਾਈਮ ਕੀ ਹੋਏਗਾ ਜਦੋਂ ਹਾਰਮੋਨਲ ਚੇਂਜਸ ਆਉਂਦੀਆਂ ਨੇ ਸਾਡੇ ਵਿੱਚ ਉਸ ਟਾਈਮ ਕੀ ਹੁੰਦਾ ਕਿਹੜਾ ਹਾਰਮੋਨ ਹੁੰਦਾ FSH ਹਾਰਮੋਨ ਜਿਹਨੂੰ ਅਸੀਂ ਕਹਿੰਦੇ ਫੋਲੀਕਲ ਸਟੀਮੂਲੇਟਿੰਗ ਹਾਰਮੋਨ ਇਹ ਜਿਹੜਾ ਫੋਲੀਕਲ ਸਟੀਮੂਲੇਟਿੰਗ ਹਾਰਮੋਨ ਆ ਇਹ ਪ੍ਰਾਇਮਰੀ ਫੋਲੀਕਲ ਨੂੰ ਕਿਹਦੇ ਵਿੱਚ ਕਨਵਰਟ ਕਰਵਾਦਾ ਇਟ ਗੈਟ ਕਨਵਰਟਡ ਇਨਟੂ ਸੈਕੰਡਰੀ ਫੋਲੀਕਲ ਔਰ ਦਿਸ ਸੈਕੰਡਰੀ ਫੋਲੀਕਲ ਬਾਅਦ ਵਿੱਚ ਉਹਨੇ ਕਿਹਦੇ ਵਿੱਚ ਕਨਵਰਟ ਹੋਣਾ ਹੈਗਾ ਦੈਟ ਕਨਵਰਟਡ ਇਨਟੂ ਟਰਸ਼ਰੀ ਫੋਲੀਕਲ ਔਰ ਦੈਨ ਦਿਸ ਟਰਸ਼ਰੀ ਫੋਲੀਕਲ ਜਿਹੜਾ ਹੈਗਾ ਇਹ ਕੀ ਬਣਾਏਗਾ ਗ੍ਰਾਫੀਅਨ ਫੋਲੀਕਲ that we already discussed yesterday ठीक है ਇਹ ਕੀ ਬਣਾਏਗਾ ਬੇਟਾ ਗ੍ਰਾਫੀਅਨ ਫੋਲੀਕਲ ਬਣਾਏਗਾ ਹੁਣ ਇਹ ਗ੍ਰਾਫੀਅਨ ਫੋਲੀਕਲ ਬਣ ਰਿਹਾ ਸੀ ਬੇਟਾ ਇਹ ਜਿਹੜਾ ਸਭ ਕੁਝ ਹੈ ਜਿਹੜਾ ਕੁਝ ਹੋ ਰਿਹਾ ਠੀਕ ਹੈ ਅਸੀਂ ਕਹਿੰਦੇ ਆ ਕਿ ਜਿਸ ਤਰ੍ਹਾਂ ਅਸੀਂ ਮੇਲ ਦੇ ਵਿੱਚ ਗੱਲ ਕੀਤੀ ਸੀ ਕਿ ਜਿਹੜਾ ਮੇਲ ਹੈਗਾ ਉਹ ਕੀ ਰਹਿੰਦਾ ਫਰਟਾਈਲ ਰਹਿੰਦਾ ਉਹਦੇ ਵਿੱਚ ਸਪਰਮ ਦੀ ਪ੍ਰੋਡਕਸ਼ਨ ਹੁੰਦੀ ਰਹਿੰਦੀ ਹੈ ਥਰੂ ਦ ਲਾਈਫ ਟਾਈਮ ਬਟ ਅਗਰ ਅਸੀਂ ਫੀਮੇਲਸ ਦੀ ਗੱਲ ਕਰੀਏ ਫੀਮੇਲਸ ਦੇ ਵਿੱਚ ਕੀ ਹੁੰਦਾ ਐਟਲੀਸਟ ਕਹਿ ਸਕਦੇ ਹੋ 50 ਈਅਰਸ ਤੱਕ ਜੋ ਪ੍ਰਾਇਮਰੀ ਫੋਲੀਕਲਸ ਨੇ ਉਹ ਸਾਰੇ ਕੀ ਹੋ ਜਾਂਦੇ ਨੇ ਕੀ ਕਹਿੰਦੇ ਨੇ ਖਤਮ ਹੋ ਜਾਂਦੇ ਨੇ ਠੀਕ ਹੈ ਉਸ ਤੋਂ ਬਾਅਦ ਕੋਈ ਵੀ ਐਗ ਦੀ ਫੋਰਮੇਸ਼ਨ ਨਹੀਂ ਹੁੰਦੀ ਹੈ ਮੀਨਸ ਅਗਰ ਅਸੀਂ ਇਹਦੇ ਰੀਪਰੋਡਕਟਿਵ ਪੀਰੀਅਡ ਦੀ ਗੱਲ ਕਰੀਏ ਫੀਮੇਲ ਦੀ ਇਹਦੇ ਵਿੱਚ ਰੀਪਰੋਡਕਟਿਵ ਜਿਹੜਾ ਪੀਰੀਅਡ ਹੁੰਦਾ ਇੱਕ ਸਪੈਸੀਫਿਕ ਪੀਰੀਅਡ ਹੁੰਦਾ ਠੀਕ ਹੈ ਅਸੀਂ ਇਹਨੂੰ ਅਨਲਿਮਿਟਿਡ ਨਹੀਂ ਕਹਿ ਸਕਦੇ ਇੱਕ ਲਿਮਿਟ ਦੇ ਵਿੱਚ ਹੁੰਦਾ ਇਹਨਾਂ ਦਾ ਉਸ ਤੋਂ ਬਾਅਦ ਨਹੀਂ ਹੋਏਗਾ ਠੀਕ ਹੈ ਮੀਨਸ ਕਿ ਜਦੋਂ ਗ੍ਰਾਫੀਅਨ ਫੋਲੀਕਲ ਜਿਹੜਾ ਹੈਗਾ ਰਪਚਰ ਹੋ ਜਾਂਦਾ ਹੈਗਾ ਕੀ ਹੋਏਗਾ ਉਸ ਤੋਂ ਬਾਅਦ ਅਸੀਂ ਕਹਿੰਦੇ ਕਿ ਕੀ ਹੁੰਦਾ ਬੇਟਾ ਇੱਕ ਲਿਮਿਟ ਦੇ ਵਿੱਚ ਹੋਏਗਾ ਉਸ ਤੋਂ ਬਾਅਦ ਨਹੀਂ ਹੋਏਗਾ ਠੀਕ ਹੈ ਪਰ ਜਦੋਂ ਇਹ ਪ੍ਰੋਸੈਸ ਕੰਪਲੀਟ ਹੁੰਦੀ ਹੈ ਤਾਂ ਅਸੀਂ ਉਸ ਟਾਈਮ ਹਜੇ ਅਸੀਂ ਕੱਲ੍ਹ ਦਾ ਹੀ ਡਿਸਕਸ ਕਰ ਰਹੇ ਹਾਂ ਦੁਬਾਰਾ ਜਦੋਂ ਇਹ ਪ੍ਰੋਸੈਸ ਕੰਪਲੀਟ ਹੁੰਦੀ ਹੈ ਤਾਂ ਅਸੀਂ ਉਸ ਟਾਈਮ ਕਿਹਾ ਸੀ ਕਿ ਗ੍ਰਾਫੀਅਨ ਫੋਲੀਕਲ ਜਿਹੜਾ ਹੈਗਾ ਇਹ ਰਪਚਰ ਕਰ ਰਿਹਾ ਜਦੋਂ ਗ੍ਰਾਫੀਅਨ ਫੋਲੀਕਲ ਰਪਚਰ ਕਰ ਰਿਹਾ ਸੀ ਤਾਂ ਕੀ ਰਿਲੀਜ਼ ਹੋ ਰਿਹਾ ਸੀ ਸੈਕੰਡਰੀ ਓਸਾਈਟ along with the zona pellucida and corona radiata ਇਹ ਸਭ ਰਿਲੀਜ਼ ਕਰ ਰਿਹਾ ਸੀ ਨਾ ਠੀਕ ਹੈ ਇਹੀ ਰਿਲੀਜ਼ ਕਰ ਰਿਹਾ ਸੀ ਨਾ ਹੁਣ ਅਸੀਂ ਕਹਿ ਰਹੇ ਹਾਂ ਹੁਣ ਅਸੀਂ ਗੱਲ ਕਰਨਾ ਹੈਗੀ ਆ ਇਹ ਵਾਲੇ ਓਜੈਨੇਸਿਸ ਦੀ ਇਹਦੇ ਵਿੱਚ ਅਸੀਂ ਮੇਨ ਚੀਜ਼ ਕੀ ਕੀਤੀ ਓਜੈਨੇਸਿਸ ਦੇ ਵਿੱਚ ਇੱਕ ਤਾਂ ਅਸੀਂ ਇਹ ਕਹਤਾ ਕਿ ਫਾਰਮੇਸ਼ਨ ਹੋਈ ਮੈਚੁਰ ਕਾਦੀ ਗੈਮੀਟ ਸੇ
ਹੁਣ ਅਸੀਂ ਡਿਸਕਸ ਕਰ ਲਿਆ ਜੋ ਅਸੀਂ ਕੱਲ੍ਹ ਕੀਤਾ ਸੀ ਕਿ ਇੰਨੇ ਫੋਲੀਕਲਸ ਨੇ, ਇਸ ਤੋਂ ਬਾਅਦ ਫੋਲੀਕਲਸ ਨਹੀਂ ਬਣਦੇ ਹੈਗੇ। ਠੀਕ ਹੈ, ਹੁਣ ਇਹਦੇ ਵਿੱਚ ਅਸੀਂ ਕੀ ਖਾਸ ਚੀਜ਼ ਗੱਲ ਕੀਤੀ ਕਿ ਜਿਹੜਾ ਫੀਮੇਲ ਹੈ, ਫੀਮੇਲ ਦਾ ਬੇਟਾ ਜਿਹੜਾ ਰੀਪਰੋਡਕਟਿਵ ਪੀਰੀਅਡ ਹੈ, ਫੀਮੇਲ reproductive period is limited। ਫੀਮੇਲ ਦਾ ਰੀਪਰੋਡਕਟਿਵ ਪੀਰੀਅਡ ਕੀ ਹੁੰਦਾ ਬੇਟਾ? ਲਿਮਿਟਿਡ ਹੁੰਦਾ। ਸੈਕਿੰਡ, ਇਹ ਜਿਹੜੀ ਓਜੈਨੇਸਿਸ ਹੈ, ਓਜੈਨੇਸਿਸ ਯਾਨੀ ਕਿ ਜਿਹੜੀ ਐਗ ਦੀ ਫੋਰਮੇਸ਼ਨ ਹੈ, ਓਜੈਨੇਸਿਸ ਸਟਾਰਟਸ ਬਿਫੋਰ ਬਰਥ। ਬਰਥ ਤੋਂ ਪਹਿਲਾਂ ਸਟਾਰਟ ਹੋ ਜਾਂਦੀ, ਯਾਨੀ ਕਿ ਕਦੋਂ ਸਟਾਰਟ ਹੋ ਜਾਏਗੀ? ਫੀਟਲ ਲਾਈਫ ਦੇ ਵਿੱਚ। ਕਦੋਂ ਸਟਾਰਟ ਹੋਏਗੀ ਬੇਟਾ? ਫੀਟਲ ਲਾਈਫ ਦੇ ਵਿੱਚ। ਐਂਡ ਕੰਪਲੀਟ ਕਦੋਂ ਹੋਏਗੀ? ਕੰਪਲੀਟ ਓਨਲੀ ਔਨ ਅਰਾਈਵਲ ਆਫ ਸਪਰਮ। ਠੀਕ ਹੈ, ਹੁਣ ਦੇਖੋ ਬੇਟਾ ਅਸੀਂ ਕਹਿਤਾ ਕਿ ਗ੍ਰਾਫੀਨ ਫੋਲਿਕਲ ਰਪਚਰ ਕਰ ਰਿਹਾ ਸੀ, ਅਸੀਂ ਕਿਹਾ ਸੀ ਕਿ ਸੈਕੰਡਰੀ ਓਸਾਈਟ ਅਲੋਂਗ ਵਿਦ ਜ਼ੋਨਾ ਪਾਲੋਸਿਡਾ ਐਂਡ ਕੋਰੋਨਾ ਰੇਡੀਏਟਾ ਇਹ ਰਿਲੀਜ਼ ਕਰੇਗਾ। ਅਸੀਂ ਇਸ ਤੋਂ ਬਾਅਦ ਇਹ ਵੀ ਕਹਿ ਰਹੇ ਹਾਂ ਕਿ ਇਹ ਕੰਪਲੀਟ ਕਦੋਂ ਹੋਏਗੀ? ਵੈਨ ਦ ਸਪਰਮ ਅਰਾਈਵ। ਹੁਣ ਇਹ ਸਪਰਮ ਅਰਾਈਵ ਕਦੋਂ ਹੁੰਦਾ? ਇਹ ਅਸੀਂ ਪੂਰਾ ਓਜੈਨੇਸਿਸ ਕਰਾਂਗੇ ਡਾਇਗਰਾਮੈਟਿਕਲੀ, ਫਿਰ ਤੁਹਾਨੂੰ ਸਮਝ ਆ ਜਾਏਗਾ। ਠੀਕ ਹੈ, ਹੁਣ ਦੇਖੋ ਬੇਟਾ, ਹੁਣ ਅਸੀਂ ਪੂਰੀ ਪ੍ਰੋਸੈਸ ਕਰਨੀ ਹੈ ਓਜੈਨੇਸਿਸ ਦੀ। ਹੁਣ ਅਸੀਂ ਇਹਦੇ ਲਈ ਕੀ ਕਹਿੰਦੇ ਆ? ਇੱਕ ਪਲੇਨ ਪੇਜ, ਇਹਨੂੰ ਧਿਆਨ 'ਚ ਰੱਖਣਾ ਬੇਟਾ। ਫੀਮੇਲ ਰੀਪਰੋਡਕਟਿਵ ਪੀਰੀਅਡ ਕੀ ਹੁੰਦਾ? ਲਿਮਿਟਿਡ। ਐਂਡ ਸੈਕਿੰਡ, ਓਜੈਨੇਸਿਸ ਕਦੋਂ ਸਟਾਰਟ ਹੋਣੀ ਹੈ? ਬਿਫੋਰ ਬਰਥ, ਯਾਨੀ ਕਿ ਫੀਟਲ ਲਾਈਫ ਦੇ ਵਿੱਚ ਸਟਾਰਟ ਹੋਏਗੀ ਔਰ ਕੰਪਲੀਟ ਕਦੋਂ ਹੁੰਦੀ ਹੈ? ਓਨਲੀ ਔਨ ਦਾ ਅਰਾਈਵਲ ਆਫ ਸਪਰਮ। ਠੀਕ ਹੈ, ਜਦੋਂ ਸਪਰਮ ਹੋਏਗਾ ਉਦੋਂ ਹੀ ਫਿਊਜ਼ਨ ਹੋਏਗੀ, ਉਸ ਟਾਈਮ ਇਹਨੇ ਕੀ ਕਰਨਾ? ਕੰਪਲੀਟ ਹੋ ਜਾਣਾ। ਠੀਕ ਹੈ ਬੱਚੇ, ਹੁਣ ਅਸੀਂ ਗੱਲ ਕਰਦੇ ਹਾਂ ਓਜੈਨੇਸਿਸ ਦੇ ਪੂਰੀ ਡਾਇਗਰਾਮ ਦੀ ਕਿ ਕਿੱਦਾਂ ਬਣਨਾ ਹੈਗਾ ਓਜੈਨੇਸਿਸ। ਫॉर दैट ਸਭ ਤੋਂ ਪਹਿਲਾਂ ਬੇਟਾ ਕੀ ਹੋਏਗਾ ਓਜੈਨੇਸਿਸ ਦੇ ਵਿੱਚ? ਅਸੀਂ ਕੀ ਲਿਆ? ਫੀਮੇਲ ਜਰਮ ਸੈਲਸ। ਇਹ ਅਸੀਂ ਲੈ ਲਿਆ ਬੇਟਾ, ਇਹ ਸਾਡਾ ਕੀ ਹੈਗਾ? ਫੀਮੇਲ ਜਰਮ ਸੈਲ। ਓਕੇ, ਇਹ ਸਾਡਾ ਕੀ ਹੈ? ਫੀਮੇਲ ਜਰਮ ਸੈਲ। ਔਰ ਅਸੀਂ ਇਸੇ ਫੀਮੇਲ ਜਰਮ ਸੈਲ ਨੂੰ ਓਗੋਨੀਆ ਵੀ ਬੋਲਦੇ ਹਾਂ। what we call it? oogonia। और अगर इसी दी पोलाइडी दी गल करिए, its polarity is diploid। it is diploid in nature। it is diploid in nature। ਹੁਣ देखो बेटा, first of all माइटोसिस takes place, यानी कि माइटोटिक डिविजन्स आप कह सकते हो। इत्थे की होंदे ने? माइटोटिक डिविजन्स। ਜਦੋਂ माइटोटिक डिविजन्स होणगे की होएगा? डिवाइड होएगी लाइक दिस। ठीक है, अगेन इन्हें की करना? माइटोटिक डिविजन्स डिफरेंशिएशन या माइटोटिक डिफरेंशिएशन टेक्स प्लेस, तो इन्हें की करना? दोबारा की करेगा बेटा? इट अगेन डिवाइड। ठीक है, और इन्हें की बना देना? हियर बन गए, यानी कि इत्थे बेटा की हुई है? माइटोटिक डिफरेंशिएशन हुई है। की हुई है? आई एम राइटिंग हियर माइटोटिक डिफरेंशिएशन। माइटोटिक डिफरेंशिएशन। ठीक है, होगी बेटा। ਹੁਣ ਜਦੋਂ ਬੱਚੇ ਮਾਈਟੋਟਿਕ ਡਿਫਰੈਂਸ਼ੀਏਸ਼ਨ ਹੋਈ ਹੈ, ਇਟਸ ਪੋਲਾਈਡ ਬਿਕਾਜ਼ ਮਾਈਟੋਟਿਕ ਡਿਵੀਜ਼ਨਸ ਹੋਈ ਹੈ, ਸੋ ਦੈਟਸ ਵਾਈ ਇਟਸ ਪੋਲਾਈਡ ਇਜ਼ ਸੇਮ, ਯਾਨੀ ਕਿ 2n ਹੀ ਰਹੇਗੀ। ਕੀ ਰਹੇਗੀ ਬੇਟਾ? 2n ਹੀ ਰਹੇਗੀ। ਹੁਣ ਬੇਟਾ ਜਿਹੜੀ ਇਹ ਮਾਈਟੋਟਿਕ ਡਿਵੀਜ਼ਨਸ ਹੋਈਆਂ ਨੇ, ਅਗਰ ਮੈਂ ਇੱਥੋਂ ਗੱਲ ਕਰਾਂ, ਹਜੇ ਜਿਹੜਾ ਚੱਲ ਰਿਹਾ ਇਹ ਜਿਹੜੀ ਪ੍ਰੋਸੈਸ ਹੋਈ ਆ ਫੀਮੇਲ ਜਰਮ ਸੈਲਸ ਜਿਹੜਾ ਸੀ ਮਾਈਟੋਟਿਕ ਡਿਵੀਜ਼ਨਸ ਹੋਈ ਹੈ ਇੰਨਾ ਬਣਿਆ। ਇਹ ਜਿਹੜੀ ਪੂਰੀ ਪ੍ਰੋਸੈਸ ਹੈ, ਇਹ ਪ੍ਰੋਸੈਸ ਕਿਤੇ ਹੁੰਦੀ ਹੈ? ਦਿਸ ਪ੍ਰੋਸੈਸ ਇਹ ਕਦੋਂ ਹੁੰਦੀ ਹੈ? ਬਿਫੋਰ ਬਰਥ। ਇਹ ਸਾਰੀ ਪ੍ਰੋਸੈਸ ਕਦੋਂ ਹੁੰਦੀ ਹੈ ਬੇਟਾ? ਬਿਫੋਰ ਬਰਥ। ਠੀਕ ਹੈ, ਇਹ ਪ੍ਰੋਸੈਸ ਹੋਈ ਪੂਰੀ ਬਿਫੋਰ ਬਰਥ, ਯਾਨੀ ਕਿ ਕਿਹੜੀ ਹੋਈ? ਸਾਡੀ ਫੀਟਲ ਲਾਈਫ ਦੇ ਵਿੱਚ ਹੋਈ। ਕਿਸ ਲਾਈਫ ਦੇ ਵਿੱਚ ਹੋਈ? ਫੀਟਲ ਲਾਈਫ ਦੇ ਵਿੱਚ। ਠੀਕ ਹੈ, ਹੁਣ ਇੱਥੋਂ ਜਿਹੜਾ ਹੈਗਾ ਬੇਟਾ, ਇੱਥੋਂ ਅਸੀਂ ਇਹਨੂੰ ਲੈ ਲਿਆ। ਠੀਕ ਹੈ, ਦਿਸ ਇਜ਼ ਕਾਲਡ, ਇਹਨੂੰ ਅਸੀਂ ਕਹਿ ਦਿੰਦੇ ਹਾਂ ਬੱਚਾ, ਕੀ ਕਹਿ ਦਿੰਦੇ ਹਾਂ? ਕੀ ਕਹਿ ਦਿੰਦੇ ਹਾਂ? ਵਾਟ ਵੀ ਕਾਲ ਇਟ? ਪ੍ਰਾਇਮਰੀ ਓਸਾਈਟ। ਦਿਸ ਇਜ਼ ਪ੍ਰਾਇਮਰੀ ਓਸਾਈਟ। ਠੀਕ ਹੈ, ਹੁਣ ਅਸੀਂ ਇੱਧਰ ਵੀ ਮੈਂਸ਼ਨ ਕਰ ਰਹੇ ਹਾਂ ਬੇਟਾ, ਇਹ ਜਿਹੜੀ ਪ੍ਰੋਸੈਸ ਸੀ ਜਿਹੜੀ ਅਸੀਂ ਗੱਲ ਕਰ ਰਹੇ ਕਿ ਮਾਈਟੋਟਿਕ ਡਿਵੀਜ਼ਨਸ ਹੋ ਰਹੀਆਂ ਨੇ, ਇਟ ਸਟਾਰਟਸ ਐਟ ਦ ਸੈਕਿੰਡ ਮੰਥ ਆਫ ਪ੍ਰੈਗਨੈਂਸੀ ਟਿਲ 5.5 month of pregnancy, मीन्स कि 24 वीक्स तक ये सब होंदा। कदों होंदा? 24 वीक्स, यानी कि आई मीन टू से अगर असी फर्स्ट 3 मंथ्स की गल करिए, ट्राइमेस्टर की गल करिए, इन्हां 3 मंथ के अंदर अंदर जिहड़ा हैगा, अगर असी गल करिए कि साडा प्राइमरी फॉलिकल है ये बन के तैयार हो जाता। की होएगा? 3 मंथ के अंदर साडा प्राइमरी फॉलिकल बन के तैयार होंदा। वो हुण किद्दां होएगा? पहला तो हजे असी कहा कि
ਕੀ ਹੋਇਆ, ਮਤਲਬ ਸਾਡੇ ਕੀ ਬਣਨੇ ਸ਼ੁਰੂ ਹੋ ਗਏ, ਸਟਾਰਟਸ ਕਦੋਂ ਹੁੰਦਾ ਸੈਕਿੰਡ ਵੀਕ ਔਰ ਐਂਡ ਕਦੋਂ ਹੁੰਦਾ ਹੈਗਾ 5.5 ਮੰਥ ਆਫ ਪ੍ਰੈਗਨੈਂਸੀ, ਯਾਨੀ ਕਿ 24 ਵੀਕ। ਹੁਣ ਅਸੀਂ ਇੱਥੇ ਕੀ ਬਣਾਇਆ ਬੇਟਾ ਹੈਗਾ ਸਾਡਾ ਪ੍ਰਾਇਮਰੀ ਓਸਾਈਟ। ਠੀਕ ਹੈ, ਇਹ ਜਿਹੜੀ ਪ੍ਰਾਇਮਰੀ ਓਸਾਈਟ ਤੱਕ ਸੀ ਸਾਡੀ ਕਿੱਥੇ ਚੱਲਦੀ ਪਈ, ਬਿਫੋਰ ਬਰਥ। ਓਕੇ, ਹੁਣ ਅਸੀਂ ਇੱਥੇ ਕੀ ਕਰਨਾ, ਇਹ ਜਿਹੜਾ ਸਾਡਾ ਪ੍ਰਾਇਮਰੀ ਓਸਾਈਟ ਆ, ਧਿਆਨ ਨਾਲ ਜਸਟ ਲੁੱਕ ਐਟ ਦਿਸ ਵੈਰੀ ਕੇਅਰਫੁਲੀ। ਹੁਣ ਜਿਹੜਾ ਇਹ ਸਾਡਾ ਪ੍ਰਾਇਮਰੀ ਓਸਾਈਟ ਹੈ, ਮੈਂ ਥੋੜ੍ਹਾ ਇੱਧਰ ਸਾਈਡ 'ਤੇ ਐਰੋ ਲਗਾਤਾ, ਇਹ ਜਿਹੜਾ ਸਾਡਾ ਬੇਟਾ ਪ੍ਰਾਇਮਰੀ ਓਸਾਈਟ ਹੈ ਨਾ, ਇੱਥੇ ਕੀ ਹੋ ਜਾਏਗਾ, ਅਰੈਸਟ ਹੋ ਜਾਏਗਾ। ਕੀ ਹੋ ਜਾਏਗਾ ਬੇਟਾ, ਅਰੈਸਟ। ਅਰੈਸਟ ਦਾ ਮਤਲਬ ਹੈ ਕਿ ਬੇਟਾ ਜਿਸ ਤਰ੍ਹਾਂ ਅਸੀਂ ਕੋਈ ਮੂਵੀ ਦੇਖ ਰਹੀ ਹੋਏ ਹੈ ਨਾ, ਅਸੀਂ ਉਹਨੂੰ ਸਮਟਾਈਮ ਕੀ ਕਰਦੇ ਹਾਂ, ਵਿੱਚੋਂ ਹੋਲਡ ਕਰ ਦਿੰਦੇ ਹਾਂ, ਪੌਜ਼ ਕਰ ਦਿੰਦੇ ਹਾਂ ਕਿ ਥੋੜ੍ਹੀ ਦੇਰ ਰੁਕ ਜਾਓ, ਥੋੜ੍ਹੀ ਦੇਰ, ਮਤਲਬ ਅਸੀਂ ਕੁਝ ਕੰਮ ਕਰਦੇ ਹੋਈਏ ਵਟ ਏਵਰ ਕੀ ਕਰਦੇ, ਅਸੀਂ ਉਹਨੂੰ ਪੌਜ਼ ਕਰ ਦਿੰਦੇ ਹਾਂ। ਇਹ ਉਸੇ ਤਰ੍ਹਾਂ ਹੁੰਦਾ ਕਿ ਇਹ ਜਿਹੜਾ ਹੋਇਆ ਨਾ, ਅਸੀਂ ਉਹਨੂੰ ਇਸ ਪੌਜ਼ ਨੂੰ ਨਾਮ ਦੇ ਦਿੱਤਾ ਇੱਥੇ ਅਰੈਸਟ ਦਾ। ਇਹ ਕੀ ਹੋ ਗਿਆ, ਇੱਥੇ ਅਰੈਸਟ ਹੋ ਗਿਆ। ਅਰੈਸਟ ਕਿਹੜੀ ਸਟੇਜ 'ਤੇ ਹੋਇਆ, ਐਟ ਡਿਪਲੋਟੀਨ ਸਟੇਜ। ਔਰ ਇਹ ਬਹੁਤ ਇੰਪੋਰਟੈਂਟ ਹੈ, ਪਤਾ ਹੋਣਾ ਚਾਹੀਦਾ ਹੈਗਾ ਕਿਹੜੀ ਸਟੇਜ 'ਤੇ ਹੋਇਆ ਬੇਟਾ, ਡਿਪਲੋਟੀਨ 'ਤੇ। ਡਿਪਲੋਟੀਨ ਸਟੇਜ 'ਤੇ ਤਾਂ ਹੋਇਆ ਡਿਪਲੋਟੀਨ ਆਫ ਪ੍ਰੋਫੇਸ ਫਸਟ। ਕਿੱਥੇ ਹੋਇਆ ਬੇਟਾ ਸਾਡਾ, ਪ੍ਰੋਫੇਸ ਫਸਟ, ਯਾਨੀ ਕਿ ਇੱਥੇ ਕੀ ਹੋਇਆ, ਹੋਲਡ ਹੋ ਗਿਆ। ਠੀਕ ਹੈ, ਹੁਣ ਜਦੋਂ ਇਹ ਪ੍ਰੋਫੇਸ ਜਿਹੜਾ ਹੈਗਾ ਸਾਡਾ ਫਸਟ ਹੋਇਆ, ਪ੍ਰੋਫੇਸ ਫਸਟ ਕਿਹਦੀ ਸੀਗੀ, ਆਫ ਮਿਓਸਿਸ ਫਸਟ। ਇਹ ਸਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ, ਪ੍ਰੋਫੇਸ ਫਸਟ ਕਿਹੜੀ ਸੀ ਬੇਟਾ, ਮਿਓਸਿਸ ਫਸਟ। ਠੀਕ ਹੈ, ਹੋ ਗਿਆ। ਹੁਣ ਜਦੋਂ ਇਹ ਜਿਹੜੀ ਸਾਡੀ ਸਟੇਜ ਚੱਲਦੀ ਪਈ ਆ ਪ੍ਰੋਫੇਸ ਫਸਟ, ਅਸੀਂ ਕਿਹੜੀ ਕਿਹਾ, ਆਫ ਮਿਓਸਿਸ ਫਸਟ। ਹੁਣ ਇਸ ਤੋਂ ਬਾਅਦ ਜਿਹੜਾ ਹੈਗਾ, ਅਗਰ ਅਸੀਂ ਇਹਨੂੰ ਗੱਲ ਕਰੀਏ, ਇੱਥੋਂ ਇਹਦੀ ਜਿਹੜੀ ਹੋਈ ਅਸੀਂ ਇਹਨੂੰ ਉਠਾਇਆ, ਇਹ ਗਿਆ। ਠੀਕ ਹੈ, ਹੁਣ ਇੱਥੇ ਬੇਟਾ ਇੱਥੇ ਕੀ ਹੋਈ, ਇਹ ਜਿਹੜੀ ਹੈਗੀ ਨਾ ਇਹਦੀ ਗਰੋਥ ਫੇਸ ਆ, ਇੱਥੇ ਤੱਕ ਤਾਂ ਹੋ ਗਿਆ ਇਹਦਾ। ਇਹ ਕਿਹੜੀ ਫੇਸ ਹੈ ਇਹਦੀ, ਗਰੋਥ ਫੇਸ। ਇਹ ਜਿਹੜੀ ਗਰੋਥ ਫੇਸ ਹੈਗੀ ਆ, ਠੀਕ ਹੈ, ਇਸ ਗਰੋਥ ਫੇਸ ਦੇ ਵਿੱਚ ਕੀ ਹੋਏਗਾ, ਇਸ ਗਰੋਥ ਫੇਸ ਦੇ ਵਿੱਚ ਇਹਨੇ ਕੀ ਕਰਨਾ, ਆਪਣੀ ਗਰੋਥ ਕਰਨੀ ਹੈ ਲਾਈਕ ਦਿਸ। ਇਹਦੀ ਗਰੋਥ ਹੋਏਗੀ ਪ੍ਰੋਪਰ। ਠੀਕ ਹੈ, ਇਹਦੀ ਕੀ ਹੋ ਗਈ, ਗਰੋਥ ਹੋ ਗਈ। ਠੀਕ ਹੈ, ਯਾਨੀ ਕਿ ਗਰੋਥ ਹੋਏਗੀ ਤਾਂ ਅਸੀਂ ਓਬਵੀਅਸ ਇਹਨੂੰ ਕੀ ਕਹਾਂਗੇ, ਇਹ ਸਾਡਾ ਪ੍ਰਾਇਮਰੀ ਓਸਾਈਟ ਹੀ ਰਹੇਗਾ। ਇਹ ਸਾਡਾ ਕੀ ਹੈ, ਪ੍ਰਾਇਮਰੀ ਓਸਾਈਟ। ਠੀਕ ਹੈ, ਹੁਣ ਇੱਥੇ ਕੀ ਸੀ ਬੱਚਾ, ਇਹ ਜਿਹੜਾ ਸਾਡਾ ਪ੍ਰਾਇਮਰੀ ਓਸਾਈਟ ਰਿਹਾ। ਹੁਣ ਯਾਨੀ ਕਿ ਅਗਰ ਮੈਂ ਸਟਾਰਟ ਕਰਾਂ ਇੱਥੋਂ, ਜਿਹੜਾ ਅਸੀਂ ਬਣਾਇਆ ਸੀਗਾ ਇਹ ਪ੍ਰਾਇਮਰੀ, ਇੱਧਰੋਂ ਤੋਂ ਇੱਥੇ ਤੱਕ, ਇਹ ਸਾਡੀ ਕਿਹੜੀ ਫੇਸ ਹੈਗੀ ਆ, ਇਹ ਸਾਡੀ ਹੋਈ ਆ ਬਰਥ। ਸਟਾਰਟ ਹੋ ਗਿਆ ਇੱਥੇ ਸਾਡਾ ਕੀ ਹੋਇਆ, ਬਰਥ ਟਿਲ ਚਾਈਲਡਹੁੱਡ, ਯਾਨੀ ਕਿ ਤੁਸੀਂ ਕਹਿ ਸਕਦੇ ਕਿ ਬਰਥ ਹੋ ਗਿਆ ਲਾਈਕ ਬਰਥ ਟਿਲ ਚਾਈਲਡਹੁੱਡ। ਇੱਥੇ ਸਾਡੀ ਕਿਹੜੀ ਹੋਈ, ਗਰੋਥ ਫੇਸ, ਯਾਨੀ ਕਿ ਸਾਡਾ ਪ੍ਰਾਇਮਰੀ ਓਸਾਈਟ ਕੀ ਹੋਇਆ, ਇਹਦੀ ਕੀ ਹੋਈ, ਗਰੋਥ ਹੋਈ, ਇਹ ਬਣ ਗਿਆ। ਠੀਕ ਹੈ, ਹੁਣ ਬੇਟਾ ਸਾਡਾ ਇੱਥੇ ਕੀ ਹੋਏਗਾ, ਇੱਥੇ ਸਾਡਾ ਕੀ ਬਣ ਜਾਂਦਾ ਹੈਗਾ, ਇੱਧਰ ਹੀ ਅਗਰ ਅਸੀਂ ਗੱਲ ਕਰੀਏ, ਇੱਥੇ ਸਾਡਾ ਪ੍ਰਾਇਮਰੀ ਫੋਲੀਕਲ ਦੀ ਫੋਰਮੇਸ਼ਨ ਹੋ ਜਾਂਦੀ ਹੈ। ਇੱਥੇ ਕੀ ਬਣ ਜਾਂਦਾ ਹੈਗਾ ਬੇਟਾ, ਇੱਥੇ ਸਾਡਾ ਪ੍ਰਾਇਮਰੀ ਫੋਲੀਕਲ। ਠੀਕ ਹੈ, ਹੁਣ ਜਦੋਂ ਪ੍ਰਾਇਮਰੀ ਫੋਲੀਕਲ ਬਣ ਗਿਆ ਹੈਗਾ, ਹੁਣ ਇਸ ਤੋਂ ਬਾਅਦ ਅਸੀਂ ਕੀ ਕਰਨਾ, ਹੁਣ ਅਸੀਂ ਇਹਨੂੰ ਚੱਕਿਆ, ਫਿਰ ਮੀਨਸ ਇੱਥੋਂ ਕੀ ਸਟਾਰਟ ਹੋ ਜਾਏਗਾ, ਦੁਬਾਰਾ ਮੈਂ ਕੀ ਲੈ ਲਿਆ, ਇਹੀ ਸਾਡਾ ਕੀ ਲੈ ਲਿਆ, ਪ੍ਰਾਇਮਰੀ ਓਸਾਈਟ ਲੈ ਲਿਆ। ਠੀਕ ਹੈ ਬੇਟਾ, ਕੀ ਹੈ ਸਾਡਾ ਇਹ ਪ੍ਰਾਇਮਰੀ ਓਸਾਈਟ। ਠੀਕ ਹੈ, ਹੁਣ ਇਹ ਜਿਹੜਾ ਬੱਚਾ ਹੈਗਾ, ਇਹ ਸਾਡਾ ਜਿਹੜਾ ਹੈਗਾ ਇੱਥੇ ਪ੍ਰਾਇਮਰੀ ਫੋਲੀਕਲ ਸੀ। ਇਹ ਪ੍ਰਾਇਮਰੀ ਫੋਲੀਕਲ ਅੰਡਰ ਦਾ ਇਨਫਲੂਐਂਸ ਆਫ ਇੱਥੇ FSH ਹਾਰਮੋਨ। ਠੀਕ ਹੈ, FSH ਹਾਰਮੋਨ, ਇਹ ਮੈਂ ਦੁਬਾਰਾ ਦਿਖਾਉਣ ਦਾ ਲੌਜਿਕ ਇਹ ਸੀ ਕਿ ਇੱਥੇ ਇਹਨੇ ਕੀ ਬਣਾ ਦੇਣਾ ਬੇਟਾ, ਇੱਥੇ ਤੱਕ ਆਉਂਦੇ ਆਉਂਦੇ ਇਹਨੇ ਸੈਕੰਡਰੀ ਫੋਲੀਕਲ ਬਣਾ ਦੇਣਾ। ਠੀਕ ਹੈ, ਇਟ ਗੈਟਸ ਕਨਵਰਟਡ ਇਨਟੂ ਸੈਕੰਡਰੀ ਫੋਲੀਕਲ ਅੰਡਰ ਦਾ ਇਨਫਲੂਐਂਸ ਆਫ FSH ਹਾਰਮੋਨ। ਕਿਹੜੇ ਹਾਰਮੋਨ ਦੇ ਵਿੱਚ, FSH ਹਾਰਮੋਨ ਦੀ ਵਜ੍ਹਾ ਦੇ ਨਾਲ ਸੈਕੰਡਰੀ ਫੋਲੀਕਲ ਬਣ ਰਿਹਾ। ਠੀਕ ਹੈ, ਹੁਣ ਇਹ ਜਿਹੜਾ ਸਾਡਾ ਫਸਟ ਜਿਹੜਾ ਹੈ ਸਾਡਾ, ਇੱਥੋਂ ਦਿਖਾਤਾ ਇਹਨੂੰ, ਇੱਥੋਂ ਥੋੜ੍ਹਾ ਜਿਹਾ ਇਹਨੂੰ ਇੱਦਾਂ ਕਰਕੇ। ਠੀਕ ਹੈ, ਹੁਣ ਬੇਟਾ ਇੱਥੇ ਕੀ ਹੋਏਗਾ, ਜਿਹੜਾ ਸਾਡਾ ਪ੍ਰਾਇਮਰੀ ਓਸਾਈਟ ਆ, ਹੀਅਰ ਮਿਓਸਿਸ ਫਸਟ ਇੱਥੇ ਹੋਏਗੀ। ਕਿਹੜੀ ਹੋਏਗੀ ਇੱਥੇ ਬੇਟਾ, ਮਿਓਸਿਸ ਫਸਟ ਡਿਵੀਜ਼ਨ। ਕਿਹੜੀ ਡਿਵੀਜ਼ਨ ਹੋਏਗੀ ਬੇਟਾ ਇੱਥੇ, ਮਿਓਸਿਸ ਫਸਟ। ਠੀਕ ਹੈ, ਹੁਣ ਜਦੋਂ ਮਿਓਸਿਸ ਫਸਟ ਹੋਏਗੀ ਤਾਂ ਹੁਣ ਜਿਹੜੀ ਬੇਟਾ ਇੱਥੋਂ ਸ਼ੁਰੂ ਹੋਏਗੀ ਨਾ ਸਾਡੀ ਮਿਓਸਿਸ ਫਸਟ, ਇੱਥੋਂ ਸਾਡੀ ਗਰੋਥ ਫੇਸ ਕੰਪਲੀਟ ਹੋ ਗਈ ਹੈ। ਹੁਣ ਜਿਹੜਾ ਇੱਥੋਂ ਸ਼ੁਰੂ ਹੋਇਆ, ਯਾਨੀ ਕਿ ਇੱਥੋਂ ਸਾਡਾ ਕੀ ਸਟਾਰਟ ਹੋ ਗਈ, ਹੁਣ ਸਾਡੀ ਪਿਊਬਰਟੀ ਸਟਾਰਟ ਹੋ ਗਈ। ਕੀ ਸਟਾਰਟ ਹੋਏਗੀ, ਸਾਡਾ ਸੈਕੰਡਰੀ ਫੋਲੀਕਲ ਬਣਿਆ ਨਾ ਬੇਟਾ, ਇੱਥੋਂ ਸਾਡੀ ਕੀ ਸਟਾਰਟ ਹੋਏਗੀ, ਪਿਊਬਰਟੀ। ਠੀਕ ਹੈ, ਹੁਣ ਪਿਊਬਰਟੀ ਸਟੇਜ 'ਤੇ ਕੀ ਹੋ ਗਿਆ ਸੀਗਾ, ਸੈਕੰਡਰੀ ਫੋਲੀਕਲ ਬਣਿਆ ਸੀਗਾ। ਇੱਥੇ ਆ ਕੇ ਕੀ ਹੋਣਾ ਬੱਚਾ, ਯਾਨੀ ਕਿ ਅਸੀਂ ਕਹਿ ਸਕਦੇ ਹਾਂ ਕਿ ਮੈਚੋਰੇਸ਼ਨ ਫੇਜ਼ ਸਟਾਰਟ ਹੋ ਜਾਣੀ। ਇੱਥੇ ਕਿਹੜੀ ਪ੍ਰੋਸੈਸ ਹੋਈ, ਮਿਓਸਿਸ ਫਸਟ। ਜਦੋਂ ਮਿਓਸਿਸ ਫਸਟ ਹੋਏਗੀ ਤਾਂ ਓਬਵੀਅਸ ਹੈ ਇੱਥੇ ਕੀ ਹੋਣਾ, ਅਸੀਂ ਕਿਹਾ ਸੀ ਨਾ ਕਿ ਜਦੋਂ ਮਿਓਸਿਸ ਫਸਟ ਦੇ ਵਿੱਚ ਕੀ ਹੋਏਗਾ, ਮਿਓਸਿਸ ਫਸਟ ਦੇ ਵਿੱਚ ਇੱਥੇ ਕੀ ਬਣੇਗਾ ਸਾਡਾ, ਇੱਕ ਤਾਂ ਬਣੇਗਾ ਸੈਕੰਡਰੀ ਓਸਾਈਟ। ਠੀਕ ਹੈ, ਇੱਕ ਬਣੇਗਾ ਸਾਡਾ ਸੈਕੰਡਰੀ ਓਸਾਈਟ, ਔਰ ਨਾਲ ਇੱਕ ਛੋਟੀ ਜਿਹੀ ਕਿਹਦੀ ਫੋਰਮੇਸ਼ਨ ਹੋਏਗੀ, ਪੋਲਰ ਬੋਡੀ ਦੀ। ਕੀ ਬਣੇਗਾ ਇੱਥੇ, ਪੋਲਰ ਬੋਡੀ।
ठीक है। की बनया बेटा इत्थे पोलर बॉडी। हुण इत्थे मियोसिस होई आ, मियोसिस की वजह नाल जिहड़ा इन्हां दी पोलाइडी होएगी की होएगी बेटा दोनों दी हैप्लॉइड इन नंबर होणगे। की होणगे दोनों हैप्लॉइड इन नंबर। ठीक है। की होणगे बच्चों दोनों हैप्लॉइड इन नंबर। हुण देखो जदों ये सैकेंड मियोसिस मतलब साडा सैकेंडरी oocyte बनया सी, अगर तुहानूं याद होवे जिहड़ा असीं कल सारा डिस्कस कीता सी सैकेंडरी oocyte बनया, असीं उस टाइम की किया सीगा सैकेंडरी oocyte किहदे विच बनया सी जदों साडा सैकेंडरी जिहड़ा फॉलीकल हैगा किहदे विच कन्वर्ट हो गया सीगा टर्शरी फॉलीकल दे विच। किहदे विच कन्वर्ट होया सी बेटा टर्शरी फॉलीकल, तां ही असीं लिखिया सी ना ਉਹਦੇ ਵਿੱਚ सैकेंडरी oocyte। ठीक है। ਹੁਣ ਜਦੋਂ ਸੈਕੰਡਰੀ oocyte ਹੋਏਗਾ ਬੇਟਾ, ਹੁਣ ਇਹ ਸਾਡੀ ਕੀ ਬਣਾਈ ਪੋਲਰ ਬੋਡੀ। ਇਹਦੇ ਵਿੱਚ ਜਿਹੜੀ ਪੋਲਰ ਬੋਡੀ ਬਣਦੀ ਸੀ ਕਿਉਂ ਬਣਦੀ ਹੈ ਬਿਕਾਜ਼ ਇਹਦੇ ਵਿੱਚ ਜਿਹੜੀ ਸਾਈਟੋਪਲਾਜ਼ਮ ਜਿਹੜਾ ਹੈਗਾ ਉਹ ਇਹਨੂੰ ਇੱਕ ਤਾਂ ਅਸੀਂ ਇਹਨਾਂ ਦੀ ਡਿਵੀਜ਼ਨ ਕੀ ਕਰਨੀ ਹੁੰਦੀ ਆ, ਇਹਨਾਂ ਦੇ ਵਿੱਚ ਕੀ ਹੁੰਦਾ ਬੱਚਾ, ਇੱਕ ਤਾਂ ਜਿਹੜਾ ਸਾਈਟੋਪਲਾਜ਼ਮ ਉਹ ਅਨਈਕੁਅਲ ਹੁੰਦਾ। ਠੀਕ ਹੈ। ਦੂਸਰਾ ਅਸੀਂ ਇਹਨਾਂ ਦੀ ਜਿਹੜੀ ਹੈ ਨਾ ਇਹਨਾਂ ਦੀ ਪੋਲਾਈਡੀ ਨੂੰ ਬੈਲੈਂਸ ਕਰਨਾ ਹੁੰਦਾ, ਇਹਦੇ ਲਈ ਵੀ ਕਿਹਦੀ ਹੁੰਦੀ ਹੈ ਪੋਲਰ ਬੋਡੀ ਦੀ ਫੋਰਮੇਸ਼ਨ ਹੁੰਦੀ ਹੈ। ਔਰ ਬਾਅਦ ਦੇ ਵਿੱਚ ਜਿਹੜੀ ਪੋਲਰ ਬੋਡੀ ਹੈ ਡੀਜਨਰੇਟ ਹੋ ਜਾਂਦੀ ਹੈ। ठीक है। ਹੁਣ ਜਿਹੜਾ ਹੈਗਾ ਜਿਹਦੇ ਵਿੱਚ ਜ਼ਿਆਦਾ ਸਾਈਟੋਪਲਾਜ਼ਮ ਹੋਏਗਾ, ਇਹਦੇ ਵਿੱਚ ਸੈਕੰਡਰੀ oocyte ਦੇ ਵਿੱਚ ਜ਼ਿਆਦਾ ਸਾਈਟੋਪਲਾਜ਼ਮ ਆ, ਪੋਲਰ ਬੋਡੀ ਦੇ ਵਿੱਚ ਬਹੁਤ ਘੱਟ ਸਾਈਟੋਪਲਾਜ਼ਮ ਹੈ। ਕਿਉਂ ਜ਼ਿਆਦਾ ਸਾਈਟੋਪਲਾਜ਼ਮ ਆ, ਇਹਦਾ ਮਤਲਬ ਹੋਏਗਾ ਕਿ ਨਿਊਟ੍ਰੀਸ਼ਨ ਵੀ ਜ਼ਿਆਦਾ ਪ੍ਰੋਵਾਈਡ ਕਰੇਗਾ। ਕੀ ਹੋਏਗਾ ਇਹ ਨਿਊਟ੍ਰੀਸ਼ਨ ਵੀ ਇਹਨੂੰ ਕੀ ਹੋਏਗਾ ਇਹਦੇ ਵਿੱਚ ਜ਼ਿਆਦਾ ਹੋਏਗਾ। ਠੀਕ ਹੈ। ਤੇ ਇਹ ਹੋ ਗਿਆ। ਇਸ ਤੋਂ ਬਾਅਦ ਜਿਹੜਾ ਹੈਗਾ ਹੁਣ ਸਾਡੀ ਸੈਕੰਡਰੀ oocyte ਹੋ ਗਿਆ, ਕੀ ਬਣਿਆ ਸਾਡਾ ਨਾਲ ਦੀ ਨਾਲ ਟਰਸ਼ਰੀ ਫੋਲੀਕਲ। ਹੁਣ ਇਸ ਸਟੇਜ ਦੇ ਉੱਪਰ ਕੀ ਹੋਣਾ ਅੱਗੇ ਆ ਕੇ ਬੇਟਾ ਸਾਡਾ ਸੈਕੰਡਰੀ oocyte ਤੋਂ ਬਾਅਦ ਟਰਸ਼ਰੀ ਫੋਲੀਕਲ ਬਣਿਆ ਸੀ ਨਾ, ਹੁਣ ਇੱਥੇ ਬੇਟਾ ਕੀ ਹੋਈ ਸੀ ਸਾਡੀ, ਕੀ ਹੋਏਗਾ ਸਾਡੀ ਇੱਥੇ ਤਾਂ ਓਵੂਲੇਸ਼ਨ ਹੋਈ ਸੀ। ਕੀ ਹੋਈ ਸੀ ਬੇਟਾ ਸਾਡੀ ਇੱਥੇ ਓਵੂਲੇਸ਼ਨ। ਠੀਕ ਹੈ। ਓਵੂਲੇਸ਼ਨ ਕਦੋਂ ਹੋਏਗੀ ਜਦੋਂ ਸਾਡਾ ਇਹ ਸੈਕੰਡਰੀ oocyte ਦੇ ਟਾਈਮ ਤੇ ਟਰਸ਼ਰੀ ਫੋਲੀਕਲ ਬਣਿਆ। ਠੀਕ ਹੈ। ਇੱਥੇ ਕੀ ਹੋਏਗਾ ਬੇਟਾ ਦੁਬਾਰਾ ਇਹਨੇ ਕੀ ਹੋ ਜਾਣਾ ਹੋਲਡ ਹੋ ਜਾਣਾ, ਸਾਰੀ ਮੂਵੀ ਨੇ ਜਿਹੜੀ ਇਹ ਚੱਲ ਰਹੀ ਹੈ ਵਾਲੀ oogenesis ਇੱਥੇ ਨੇ ਦੁਬਾਰਾ ਹੋਲਡ ਹੋਣਾ। ਹੋਲਡ ਹੋਣ ਦਾ ਮਤਲਬ ਕੀ ਹੈ ਅਰੈਸਟ ਹੋ ਜਾਏਗਾ ਸੈਕੰਡਰੀ oocyte। ਸੈਕੰਡਰੀ oocyte ਬੇਟਾ ਕਿਹੜੀ ਸਟੇਜ 'ਤੇ ਅਰੈਸਟ ਹੋਏਗਾ, ਅਰੈਸਟ ਹੋਏਗਾ ਐਟ ਮੈਟਾਫੇਜ਼। ਮੈਟਾਫੇਜ਼ ਕਿਹੜਾ 2 ਆਫ ਮਿਓਸਿਸ ਸੈਕੰਡ। ਹੁਣ ਕਿਹੜਾ ਹੋਏਗਾ ਮਿਓਸਿਸ ਸੈਕੰਡ। ਇੱਥੇ ਤਾਂ ਮਿਓਸਿਸ ਫਸਟ ਹੋਈ ਸੀ, ਹੁਣ ਇਹਨੇ ਫਿਰ ਬੱਚਾ ਸੈਕੰਡਰੀ oocyte ਨੇ ਹੋਲਡ ਤੇ ਚਲਾ ਜਾਣਾ ਮਿਓਸਿਸ 2 ਦੇ ਵਿੱਚ। ਪਹਿਲਾਂ ਕਦੋਂ ਹੋਲਡ ਤੇ ਗਿਆ ਸੀ ਜਦੋਂ ਸਾਡਾ ਪ੍ਰਾਇਮਰੀ oocyte ਬਣਿਆ ਸੀਗਾ ਡਿਪਲੋਟੀਨ ਸਟੇਜ ਦੇ ਵਿੱਚ, ਡਿਪਲੋਟੀਨ ਆਫ ਪ੍ਰੋਫੇਸ ਫਸਟ ਆਫ ਮਿਓਸਿਸ ਫਸਟ। ਹੁਣ ਕੀ ਹੋਇਆ ਬੱਚਾ ਸਾਡਾ ਮਿਓਸਿਸ ਸੈਕੰਡ। ਹੁਣ ਜਦੋਂ ਮਿਓਸਿਸ ਸੈਕੰਡ ਇਹ ਸਭ ਅਰੈਸਟ ਹੋਏਗਾ, ਇਸ ਤੋਂ ਬਾਅਦ ਕੀ ਹੋਏਗਾ ਬੇਟਾ ਓਵੂਲੇਸ਼ਨ ਹੋਈ। ਇਸ ਤੋਂ ਬਾਅਦ ਬੱਚਾ ਕੀ ਹੋਇਆ ਸਾਡੀ ਓਵੂਲੇਸ਼ਨ। ਕੀ ਹੋਏਗਾ ਬੇਟਾ ਓਵੂਲੇਸ਼ਨ ਹੋਈ। ਹੁਣ ਦੇਖੋ ਓਵੂਲੇਸ਼ਨ ਤਾਂ ਸਾਡੀ ਹੋ ਗਈ। ਹੁਣ ਅਸੀਂ ਇੱਥੇ ਕੀ ਕਿਹਾ ਸੀ ਕਿ ਜਿਹੜਾ ਸਾਡਾ ਪ੍ਰਾਇਮਰੀ oocyte ਆ, ਪ੍ਰਾਇਮਰੀ oocyte ਜਿਹੜਾ ਹੈਗਾ ਮਿਓਸਿਸ ਇੱਥੇ ਪੂਰਾ ਨਹੀਂ ਹੋ ਰਿਹਾ ਸੀਗਾ। ਇੱਥੇ ਮਿਓਸਿਸ ਕਿਉਂ ਨਹੀਂ ਪੂਰਾ ਹੋ ਰਿਹਾ ਸੀ ਬਿਕਾਜ਼ ਇੱਥੇ ਕੀ ਹੋ ਗਿਆ ਸੀ ਹੋਲਡ ਹੋ ਗਿਆ ਸੀ। ਬਿਕਾਜ਼ ਇੱਥੇ ਕੀ ਹੋ ਗਿਆ ਸੀ ਬੱਚਾ ਇੱਕ ਹੋਲਡ ਹੋ ਗਿਆ ਸੀਗਾ, ਅਰੈਸਟ ਹੋ ਗਿਆ ਸੀਗਾ। ਠੀਕ ਹੈ। ਹੁਣ ਜਦੋਂ ਪਿਊਬਰਟੀ ਆਏਗੀ ਇੱਥੇ ਸਾਡੀ ਪਿਊਬਰਟੀ ਆ ਗਈ ਸੀ। ਪਿਊਬਰਟੀ ਆਉਣ 'ਤੇ ਕੀ ਹੋਇਆ ਸੀ ਜਿਹੜਾ ਸਾਡਾ ਪ੍ਰਾਇਮਰੀ oocyte ਆ ਉਹ ਮੀਨਸ ਉਹਨੇ ਕੀ ਕਰ ਲਈ ਸੀਗੀ ਫਸਟ ਮਿਓਟਿਕ ਡਿਵੀਜ਼ਨ ਇੱਥੇ ਆ ਕੇ ਕੰਪਲੀਟ ਕੀਤੀ ਪਿਊਬਰਟੀ ਦੇ ਵਿੱਚ। ਇੱਥੇ ਕੰਪਲੀਟ ਕਰ ਲਈ ਫਸਟ ਮਿਓਟਿਕ ਡਿਵੀਜ਼ਨ। ਠੀਕ ਹੈ। ਔਰ ਇਹ ਕੀ ਬਣਾਇਆ ਸੀਗਾ ਫਸਟ ਮਿਓਟਿਕ ਡਿਵੀਜ਼ਨ ਇਹਦੀ ਕੰਪਲੀਟ ਹੋ ਗਈ। ਹੁਣ ਜਦੋਂ ਫਿਰ ਸੈਕੰਡਰੀ oocyte ਹੋ ਜਾਏਗਾ ਤਾਂ ਉਹਨੇ ਕੀ ਕਰਨਾ ਫਿਰ ਇੱਥੇ ਆ ਕੇ ਕੀ ਹੋ ਜਾਣਾ ਰੁਕ ਜਾਣਾ ਇਹ। ਠੀਕ ਹੈ। ਕਿਉਂਕਿ ਇਹਨੇ ਫਿਰ ਕੀ ਹੋ ਜਾਣਾ ਬੇਟਾ ਅਰੈਸਟ ਹੋ ਜਾਣਾ ਮੈਟਾਫੇਜ਼ 2 ਦੇ ਵਿੱਚ। ਠੀਕ ਹੈ। ਔਰ ਸਾਨੂੰ ਪਤਾ ਜਦੋਂ ਓਵੂਲੇਸ਼ਨ ਹੋਏਗੀ ਓਵੂਲੇਸ਼ਨ ਦੇ ਟਾਈਮ ਦੇ ਵਿੱਚ ਗ੍ਰੈਫੀਨ ਫੋਲੀਕਲ ਜਿਹੜਾ ਹੋਗਾ ਕੀ ਹੁੰਦਾ ਸੀ ਰਪਚਰ ਹੋ ਰਿਹਾ ਸੀਗਾ। ਗ੍ਰੈਫੀਨ ਫੋਲੀਕਲ ਜਦੋਂ ਰਪਚਰ ਹੋਏਗਾ ਤਾਂ ਇਟ ਮੀਨਸ ਇਹਨੇ ਕੀ ਕਰਨਾ ਹੈਗਾ ਇਹਦੇ ਅੰਦਰੋਂ ਕੀ ਰਿਲੀਜ਼ ਹੋ ਰਿਹਾ ਸੀ ਬੱਚਾ ਸੈਕੰਡਰੀ oocyte ਪ੍ਰੈਜ਼ੈਂਟ ਸੀ ਨਾ ਇਹਦੇ ਅੰਦਰ। ਤਾਂ ਇਟ ਮੀਨ ਜਿਹੜਾ ਸੈਕੰਡਰੀ oocyte ਆ ਜਿਹੜਾ ਕਿ ਮੈਟਾਫੇਜ਼ 2 ਆਫ ਮਿਓਸਿਸ 2 'ਤੇ ਰੁਕਿਆ ਹੋਇਆ ਸੀ ਉਹ ਰਿਲੀਜ਼ ਹੋਏਗਾ। ਇੱਥੇ ਰੁਕ ਗਿਆ ਸੀ ਨਾ ਬੇਟਾ ਹੁਣ ਸੈਕੰਡਰੀ oocyte। ਹੁਣ ਜਦੋਂ ਓਵੂਲੇਸ਼ਨ ਹੋਏਗੀ ਇਸੇ ਸੈਕੰਡਰੀ oocyte ਨੇ ਰਿਲੀਜ਼ ਹੋਣਾ ਕਿਉਂਕਿ ਇੱਥੇ ਤਾਂ ਅਰੈਸਟ ਹੋ ਗਿਆ ਸੀ। ਧਿਆਨ ਨਾਲ ਸੁਣਨਾ ਇੱਥੇ ਕੀ ਹੋ ਗਿਆ ਸੀ ਹੋਲਡ ਹੋ ਗਿਆ ਸੀ ਬਟ ਐਟ ਦ ਟਾਈਮ ਆਫ ਓਵੂਲੇਸ਼ਨ ਕੀ ਹੋਏਗਾ ਇਹਨੇ ਰਿਲੀਜ਼ ਕਰ ਜਾਣਾ। ਠੀਕ ਹੈ। ਕੀ ਹੋ ਜਾਣਾ ਬੇਟਾ ਰਿਲੀਜ਼ ਹੋ ਜਾਣਾ। ਔਰ ਜਿਹੜਾ ਰਿਲੀਜ਼ ਹੋ ਗਿਆ ਮੈਂ ਬਾਰ-ਬਾਰ ਕਹਿ ਰਹੀ ਹਾਂ ਉਹ ਕੀ ਹੈਗਾ ਸਾਡਾ ਸੈਕੰਡਰੀ oocyte। ਓਕੇ। ਹੁਣ ਦੇਖੋ ਇਹ ਓਵੂਲੇਸ਼ਨ 'ਤੇ ਬੇਟਾ ਕੀ ਹੋ ਗਿਆ ਰਿਲੀਜ਼ ਹੋ ਗਿਆ। ਠੀਕ ਹੈ। ਔਰ ਮੈਂ ਨਾਲ ਇੱਧਰ ਕੀ ਮੈਂਸ਼ਨ ਕਰੀ ਹੈ ਓਵੂਲੇਸ਼ਨ ਹੋਈ। ਓਵੂਲੇਸ਼ਨ ਦਾ ਮਤਲਬ ਕੀ ਹੋ ਗਿਆ ਜਦੋਂ ਓਵੂਲੇਸ਼ਨ ਹੋਈ ਹੁਣ ਕੀ ਹੁੰਦਾ ਇਹ 'ਚ ਦੋ ਕੰਡੀਸ਼ਨਸ ਬਣਦੀਆਂ ਨੇ। ਇੱਕ ਤਾਂ ਕੰਡੀਸ਼ਨ ਹੁੰਦੀ ਹੈ ਨੋ ਫਰਟੀਲਾਈਜੇਸ਼ਨ ਕਿ ਫਰਟੀਲਾਈਜੇਸ਼ਨ ਹੋਈ ਨਹੀਂ। ਠੀਕ ਹੈ। ਔਰ ਦੂਸਰੀ ਕੰਡੀਸ਼ਨ ਕਿਹੜੀ ਹੁੰਦੀ ਹੈ ਜਦੋਂ ਫਰਟੀਲਾਈਜੇਸ਼ਨ ਹੋ ਗਈ। ਕਿਹੜੀ ਕੰਡੀਸ਼ਨ ਹੁੰਦੀ ਹੈ ਬੇਟਾ ਦੂਸਰੀ ਕਿ ਫਰਟੀਲਾਈਜੇਸ਼ਨ ਹੋ ਗਈ। ਠੀਕ ਹੈ। ਹੁਣ ਦੇਖੋ ਓਵੂਲੇਸ਼ਨ ਕਦੋਂ ਹੋਈ ਸੀ ਜਦੋਂ ਜਿਹੜਾ ਸਾਡਾ ਗ੍ਰੈਫੀਨ ਫੋਲੀਕਲ ਆ ਟਰਸ਼ਰੀ ਫੋਲੀਕਲ ਕਿਹਦੇ ਵਿੱਚ ਕਨਵਰਟ ਹੋਇਆ ਸੀ ਸਾਡਾ
ਗ੍ਰਾਫੀਅਨ ਫੋਲੀਕਲ ਦੇ ਵਿੱਚ ਆਈ ਐਮ ਰਾਈਟਿੰਗ ਹੀਅਰ, ਠੀਕ ਹੈ। ਇੱਥੇ ਕਿਹਦੇ ਵਿੱਚ ਕਨਵਰਟ ਹੋਏ ਬੇਟਾ, ਗ੍ਰਾਫੀਅਨ ਫੋਲੀਕਲ ਦੇ ਵਿੱਚ। ਇਹ ਜਿਹੜਾ ਗ੍ਰਾਫੀਅਨ ਫੋਲੀਕਲ ਹੈ, ਓਵੂਲੇਸ਼ਨ ਕਦੋਂ ਹੁੰਦੀ ਸੀ, ਜਦੋਂ ਕੀ ਹੋਏਗਾ, LH ਕੀ ਹੋ ਜਾਏਗੀ, ਸਰਜ ਹੋਏਗੀ। LH ਕੀ ਹੋਏਗਾ, ਪੀਕ ਤੇ ਹੋਏਗਾ। ਉਸ ਟਾਈਮ ਇਹਨੇ ਕੀ ਕਰ ਜਾਣਾ ਸੀ, ਰਪਚਰ ਕਰਨਾ ਸੀ, ਠੀਕ ਹੈ। ਇੱਥੇ ਮੈਂਸ਼ਨ ਕਰ ਰਿਹਾ ਕਿ ਕੀ ਹੋ ਗਿਆ ਬੇਟਾ, ਰਪਚਰ ਹੋ ਗਿਆ, ਠੀਕ ਹੈ। ਜਦੋਂ ਰਪਚਰ ਹੋਈ ਅਸੀਂ ਪੜ੍ਹਿਆ ਸੀ ਕੀ ਹੋਈ ਸੀ ਸਾਡੀ, ਓਵੂਲੇਸ਼ਨ, ਠੀਕ ਹੈ। ਕੀ ਹੋਈ ਸੀ ਸਾਡੀ, ਓਵੂਲੇਸ਼ਨ। ਹੁਣ ਦੇਖੋ ਓਵੂਲੇਸ਼ਨ ਤਾਂ ਇੱਥੇ ਅਸੀਂ ਕਰਵਾਤੀ ਹੈ, ਦੋ ਕੰਡੀਸ਼ਨਸ ਰੱਖੀਆਂ, ਨੋ ਫਰਟੀਲਾਈਜੇਸ਼ਨ ਔਰ ਫਰਟੀਲਾਈਜੇਸ਼ਨ। ਜਦੋਂ ਤਾਂ ਬੇਟਾ ਫਰਟੀਲਾਈਜੇਸ਼ਨ ਹੋਏਗੀ, ਇਹ ਤਾਂ ਸੈਕੰਡਰੀ ਓਸਾਈਟ ਰਿਲੀਜ਼ ਹੋ ਗਿਆ, ਸੈਕੰਡਰੀ ਓਸਾਈਟ ਰਿਲੀਜ਼ ਹੋ ਗਿਆ ਸੀ ਕਿ ਨਾ, ਓਵੂਲੇਸ਼ਨ ਹੋਈ, ਸੈਕੰਡਰੀ ਓਸਾਈਟ ਰਿਲੀਜ਼ ਹੋ ਗਿਆ। ਬਟ ਅਸੀਂ ਪਿੱਛੇ ਮੈਂਸ਼ਨ ਕੀਤਾ ਕਿ ਕਦੋਂ ਕੰਪਲੀਟ ਹੋਏਗੀ, ਜਦੋਂ ਅਰਾਈਵਲ ਹੋਏਗਾ ਕਿਹਦਾ, ਸਪਰਮ ਦਾ। ਹੁਣ ਇੱਥੇ ਕੀ ਅਟੈਚ ਕਰ ਗਿਆ ਬੱਚਾ ਇਹਦੇ ਨਾਲ, ਇੱਥੇ ਕੀ ਆਇਆ, ਇੱਧਰੋਂ ਆਇਆ ਸਪਰਮ, ਇੱਧਰੋਂ ਆ ਗਿਆ ਸਪਰਮ, ਠੀਕ ਹੈ। ਕੀ ਹੋਏਗਾ, ਯਾਨੀ ਕਿ ਇੱਥੇ ਸਪਰਮ ਦਾ ਅਰਾਈਵਲ ਹੋ ਗਿਆ। ਇੱਥੇ ਮੈਂ ਮੈਂਸ਼ਨ ਕੀ ਕਰ ਰਹੀ ਹਾਂ, ਆਈ ਐਮ ਰਾਈਟਿੰਗ ਹੀਅਰ ਅਰਾਈਵਲ ਆਫ ਸਪਰਮ। ਇੱਥੇ ਸਪਰਮ ਦਾ ਅਰਾਈਵਲ ਹੋ ਗਿਆ, ਠੀਕ ਹੈ। ਜਦੋਂ ਸਪਰਮ ਦਾ ਅਰਾਈਵਲ ਹੋਏਗਾ, ਹਜੇ ਬੇਟਾ ਇੱਥੇ ਮਿਓਸਿਸ 2 ਤਾਂ ਕੰਪਲੀਟ ਨਹੀਂ ਹੋਈ, ਕਿਉਂਕਿ ਇੱਥੇ ਤਾਂ ਓਵੂਲੇਸ਼ਨ ਹੋਏਗੀ ਆ। ਜਦੋਂ ਸਪਰਮ ਦਾ ਅਰਾਈਵਲ ਹੋਏਗਾ ਤਾਂ ਉਸ ਟਾਈਮ ਕੀ ਹੋਏਗਾ ਬੇਟਾ, ਉਸ ਟਾਈਮ ਜਿਹੜੀ ਹੈਗੀ ਸਾਡੀ ਮਿਓਸਿਸ 2 ਕੰਪਲੀਟ ਹੋ ਜਾਏਗੀ। ਕੀ ਹੋ ਜਾਏਗੀ ਬੇਟਾ, ਮਿਓਸਿਸ 2 ਕੰਪਲੀਟ ਹੋ ਜਾਏਗੀ, ਕਿਉਂਕਿ ਅਰਾਈਵਲ ਹੋਏਗਾ। ਇਹਨੇ ਕੀ ਕਰਨਾ ਹੈਗਾ, ਅਰਾਈਵਲ ਹੋਏਗਾ, ਫਿਊਜ਼ਨ ਹੋਏਗਾ। ਤਾਂ ਜਦੋਂ, ਠੀਕ ਹੈ ਬੇਟਾ, ਅਰਾਈਵਲ ਹੋਏਗਾ, ਕੀ ਹੋ ਜਾਏਗਾ ਸਾਡਾ, ਮਤਲਬ ਕਿ ਸੌਰੀ, ਇੱਥੇ ਸਪਰਮ 2 ਦਾ ਬੱਚਾ ਕੀ ਹੋਗਾ, ਸੌਰੀ ਇੱਥੋਂ ਥੋੜਾ ਮਿਸਟੇਕ ਹੋਈ, ਇੱਥੇ ਸਾਡਾ ਬੱਚਾ ਹੋਏਗਾ ਸੈਕੰਡਰੀ ਓਸਾਈਟ, ਠੀਕ ਹੈ। ਹੁਣ ਇੱਥੇ ਕੀ ਹੋਇਆ, ਅਰਾਈਵਲ ਆਫ ਸਪਰਮ, ਯਾਨੀ ਕਿ ਇੱਥੇ ਆ ਕੇ ਬੱਚੋਂ ਨੇ ਕੀ ਕੰਪਲੀਟ ਕਰਨੀ ਹੈ ਸਾਡੀ, ਮਿਓਸਿਸ 2 ਕੰਪਲੀਟ, ਜਿਹੜੀ ਕਿ ਪਹਿਲਾਂ ਕਿੱਥੇ ਪੌਜ਼ ਹੋ ਗਈ ਸੀ, ਇੱਧਰ ਓਵੂਲੇਸ਼ਨ ਤੋਂ ਪਹਿਲਾਂ ਪੌਜ਼ ਹੋ ਗਈ ਸੀ, ਕੰਪਲੀਟ ਹੋ ਗਈ। ਜਦੋਂ ਇਹ ਬੇਟਾ ਕੰਪਲੀਟ ਹੋਏਗੀ ਤਾਂ ਇੱਕ ਤਾਂ ਕੀ ਰਿਲੀਜ਼ ਕਰੇਗਾ, ਇੱਕ ਤਾਂ ਰਿਲੀਜ਼ ਕਰੇਗਾ ਸਾਡਾ ਮੈਚਿਓਰ ਗੈਮੀਟ, ਠੀਕ ਹੈ। ਇੱਥੇ ਬੇਟਾ ਕੋਈ ਫਰਟੀਲਾਈਜੇਸ਼ਨ ਵਾਲਾ ਚਾਂਸ ਨਹੀਂ ਹੈਗਾ ਕਿ ਅਸੀਂ, ਮੈਂ ਗਲਤੀ ਹੋਈ ਸੀ, ਸੌਰੀ ਮੇਰੇ ਤੋਂ, ਸੌਰੀ ਫॉर दैट। ਇਹਨੂੰ ਧਿਆਨ ਨਾਲ ਸੁਣਨਾ, ਜਦੋਂ ਇਹ ਅਰਾਈਵਲ ਹੋਏਗਾ ਤਾਂ ਮਿਓਸਿਸ ਕੰਪਲੀਟ ਹੋ ਜਾਏਗੀ, 2 ਕੰਪਲੀਟ ਹੋਏਗੀ, ਔਰ ਇਹ ਕੀ ਰਿਲੀਜ਼ ਕਰੇਗਾ, ਮੈਚਿਓਰ ਗੈਮੀਟ। ਇਹ ਮੈਚਿਓਰ ਗੈਮੀਟ ਨੂੰ ਅਸੀਂ ਊਟਿਡ ਵੀ ਕਹਿ ਦਿੰਦੇ ਹਾਂ, ਔਰ ਅਸੀਂ ਸੈਕਿੰਡ ਕੀ ਕਹਿ ਦਿੰਦੇ ਹਾਂ, ਓਵਮ, ਠੀਕ ਹੈ। ਔਰ ਨਾਲ ਕੀ ਰਿਲੀਜ਼ ਹੋਏਗਾ, ਇੱਥੇ ਇੱਕ ਰਿਲੀਜ਼ ਹੋਏਗੀ ਸੈਕਿੰਡ ਪੋਲਰ ਬੋਡੀ। ਇੱਥੇ ਕੀ ਰਿਲੀਜ਼ ਹੋਏਗੀ, ਸੈਕਿੰਡ ਪੋਲਰ ਬੋਡੀ। ਮੈਂ ਬਾਰ-ਬਾਰ ਕਹਿ ਰਹੀ ਹਾਂ, ਇਹ ਜਿਹੜੀ ਪੋਲਰ ਬੋਡੀ ਹੁੰਦੀ ਆ, ਇਹ ਡੀਜਨਰੇਟ ਹੋ ਜਾਂਦੀਆਂ ਨੇ ਬਾਅਦ ਦੇ ਵਿੱਚੋਂ, ਠੀਕ ਹੈ। ਕੀ ਕਰਦੇ ਆ, ਬਾਅਦ ਚੋਂ ਕੀ ਹੋ ਜਾਏਗੀ ਬੇਟਾ, ਡੀਜਨਰੇਟ। ਇਹ ਹੋ ਗਿਆ ਸਾਡਾ ਕਿ ਅਗਰ ਤਾਂ ਫਰਟੀਲਾਈਜੇਸ਼ਨ ਹੋਈ ਤਾਂ ਸਾਡੀ ਮਿਓਸਿਸ 2 ਕੰਪਲੀਟ ਹੋ ਜਾਏਗੀ। ਕੀ ਬਣੇਗਾ, ਇੱਕ ਤਾਂ ਮੈਚਿਓਰ ਗੈਮੀਟ ਬਣੇਗਾ, ਔਰ ਦੂਸਰਾ ਕੀ ਬਣੇਗਾ, ਸੈਕਿੰਡ ਪੋਲਰ ਬੋਡੀ। ਇੱਕ ਤਾਂ ਸਾਡੀ ਪੋਲਰ ਬੋਡੀ ਬਣੀ ਸੀ ਜਦੋਂ ਸਾਡੀ ਮਿਓਸਿਸ ਫਸਟ ਹੋਈ ਸੀ, ਠੀਕ ਹੈ। ਦੂਸਰੀ ਪੋਲਰ ਬੋਡੀ ਦੀ ਫਾਰਮੇਸ਼ਨ ਕਦੋਂ ਹੋਣੀ ਹੈ, ਜਦੋਂ ਮਿਓਸਿਸ 2 ਕੀ ਹੋ ਜਾਏਗੀ, ਕੰਪਲੀਟ ਹੋ ਜਾਏਗੀ। ਹੁਣ ਦੂਸਰੀ ਕੰਡੀਸ਼ਨ ਇਹ ਹੈ ਕਿ ਜਦੋਂ ਫਰਟੀਲਾਈਜੇਸ਼ਨ ਹੋ ਜਾਂਦੀ ਹੈ, ਅਗਰ ਸੌਰੀ ਮੀਨਸ ਫਰਟੀਲਾਈਜੇਸ਼ਨ ਨਹੀਂ ਹੁੰਦੀ, ਅਗਰ ਫਰਟੀਲਾਈਜੇਸ਼ਨ ਨਹੀਂ ਹੁੰਦੀ ਤਾਂ ਬੇਟਾ ਕੀ ਹੋਏਗਾ, ਮੈਂਸਿਸ ਹੋਏਗਾ, ਜਿਹਨੂੰ ਅਸੀਂ ਕਹਿੰਦੇ ਮੈਂਸਟਰੁਅਲ ਸਾਈਕਲ। ਮੈਂਸਟਰੁਅਲ ਸਾਈਕਲ ਹੀ ਹੋਏਗਾ ਨਾ, ਮੀਨਸ ਕਿ ਸੈਕੰਡਰੀ ਓਸਾਈਟ ਰਿਲੀਜ਼ ਕਰੇਗਾ ਅਲੋਂਗ ਵਿਦ ਬਲੱਡ ਵੈਸਲਸ, दैट इज़ कॉल्ड ਮੈਂਸਟਰੁਅਲ ਸਾਈਕਲ, दैट इज़ कॉल्ड ਮੈਂਸਟਰੁਅਲ ਸਾਈਕਲ। ਯਾਨੀ ਕਿ ਇਹ ਸੀ ਸਾਡਾ ਜਿਹੜਾ ਸੀ ਪੂਰਾ ਕਿਹਦਾ, ਓਜੈਨੇਸਿਸ ਦੇ ਬਾਰੇ, ਠੀਕ ਹੈ। ਕੀ ਸੀ ਬੇਟਾ ਸਾਡੀ ਪੂਰੀ ਓਜੈਨੇਸਿਸ। ਹੁਣ ਜਿਹੜੀ ਓਜੈਨੇਸਿਸ ਦੇ ਵਿੱਚ ਅਗਰ ਬੇਟਾ ਅਸੀਂ ਮੈਂਸ਼ਨ ਕਰੀਏ, ਦੇਖੋ ਬੱਚਾ ਜਿਹੜਾ ਸਾਡਾ ਪ੍ਰਾਇਮਰੀ ਓਸਾਈਟ ਸੀਗਾ, ਕੀ ਸੀ ਬੇਟਾ, ਪ੍ਰਾਇਮਰੀ ਓਸਾਈਟ, ਠੀਕ ਹੈ। ਇਹ ਜਿਹੜਾ ਪ੍ਰਾਇਮਰੀ ਓਸਾਈਟ ਹੈਗਾ, ਇਹ ਪ੍ਰਾਇਮਰੀ ਓਸਾਈਟ ਨੇ ਕਿਹਦੇ ਵਿੱਚ ਕਨਵਰਟ ਹੋਇਆ, ਪ੍ਰਾਇਮਰੀ ਓਸਾਈਟ ਕਿਹਦੇ ਵਿੱਚ ਕਨਵਰਟ ਹੋ ਗਿਆ ਸੀ ਬੇਟਾ, ਸੈਕੰਡਰੀ ਓਸਾਈਟ ਦੇ ਵਿੱਚ, ਠੀਕ ਹੈ। ਸੈਕੰਡਰੀ ਓਸਾਈਟ ਨੇ ਕੀ ਬਣਾਇਆ, ਇੱਕ ਓਵਮ ਬਣਾਇਆ। ਕੀ ਬਣਾਇਆ, ਪ੍ਰਾਇਮਰੀ ਓਸਾਈਟ ਕਿਹਦੇ ਵਿੱਚ ਕਨਵਰਟ ਹੋਇਆ ਬੇਟਾ, ਸੈਕੰਡਰੀ ਓਸਾਈਟ, ਠੀਕ ਹੈ। ਇਹ ਜਿਹੜਾ ਸੈਕੰਡਰੀ ਓਸਾਈਟ ਨੇ ਕੀ ਬਣਾਇਆ, ਓਵਮ। ਇਹਨੇ ਇਹੀ ਬਣਾਇਆ ਨਾ, ਅਸੀਂ ਇੱਥੇ ਮੈਂਸ਼ਨ ਕਰ ਦਿੱਤੇ ਕਿ ਸੈਕੰਡਰੀ ਓਸਾਈਟ ਨੇ ਕੀ ਬਣਾਇਆ, ਇੱਕ ਓਵਾ ਬਣਾਇਆ, ਠੀਕ ਹੈ। ਜਿਹੜੀ ਸਾਡੀ ਅਗਰ ਅਸੀਂ ਗੱਲ ਕਰੀਏ ਕਿ ਜਿਹੜੀ ਸਾਡੀ ਨੰਬਰ ਆਫ ਪੋਲਰ ਬੋਡੀ, ਇਹ ਜਿਹੜੀ ਨੰਬਰ ਆਫ ਪੋਲਰ ਬੋਡੀ ਹੁੰਦੀ ਹੈ, ਇਹਨਾਂ ਦਾ 2 ਜਾਂ 3 ਹੁੰਦਾ, 2 to 3 ਇਨ ਨੰਬਰ। ਕਿੰਨਾ ਹੁੰਦਾ, 2 to 3 ਇਨ ਨੰਬਰ। ਦੇਖੋ ਬੇਟਾ, ਅਗਰ ਅਸੀਂ ਪੋਲਰ ਬੋਡੀ ਦੀ ਗੱਲ ਕਰਦੇ ਹਾਂ, ਇਹ ਪੋਲਰ ਬੋਡੀ ਔਰ ਜਿਹੜਾ ਸੈਕੰਡਰੀ ਓਸਾਈਟ ਹੈ, ਦੋਨੋਂ ਹੀ ਹੈਪਲੋਇਡ ਇਨ ਨੰਬਰ ਹੁੰਦੇ ਨੇ। ਕੀ ਹੁੰਦੇ ਨੇ, ਦੋਨੋਂ ਹੀ ਸਾਡਾ ਪੋਲਰ ਬੋਡੀ ਐਂਡ ਸੈਕੰਡਰੀ ਓਸਾਈਟ ਬੋਥ ਆਰ ਹੈਪਲੋਇਡ ਇਨ ਨੰਬਰ। ਬਟ ਜਿਹੜੀ ਪੋਲਰ ਬੋਡੀ ਹੁੰਦੀ ਹੈ ਦੈਟ ਇਜ਼ ਸਮੋਲ, ਪਰ ਜਿਹੜਾ ਸਾਡਾ ਸੈਕੰਡਰੀ ਓਸਾਈਟ ਹੈ ਦੈਟ ਇਜ਼ ਲਾਰਜ। पोलर बॉडी स्मॉल है ना, और सेकेंडरी ओसाइट की है बेटा लार्ज है। पोलर बॉडी दैट इज़ नॉन फंक्शनल एंड इट यूजुअली डीजनरेट। ये नॉन फंक्शनल होंगे ना, यूजुअली की करती खत्म हो जाती ने। बट जो साडा सेकेंडरी ओसाइट है दैट इज़ फंक्शनल, और लास्ट से की बनता पे बेटा ये आके की बनाएगा, ओवा बनाएगा। की बनाएगा, ओवा। ओके, ਹੁਣ ਅਸੀਂ ਇਹਨਾਂ ਦੀ ਗੱਲ ਕਰਨੀ ਹੈ ਕਿ ਇਹ ਜਿਹੜੀ ਸਾਡੀ ਪਹਿਲੀ ਵਾਲੀ ਫੇਜ਼ ਸੀ, ਇਹ ਸੀ ਸਾਡੀ ਕਿਹੜੀ ਫੇਜ਼ ਸੀ ਬੇਟਾ, ਮਲਟੀਪਲੀਕੇਟਿਵ। ਇਹਨੂੰ ਅਸੀਂ ਕਹਿ ਦਿੰਦੇ ਹਾਂ ਮਲਟੀਪਲੀਕੇਟਿਵ, ਕਿਉਂਕਿ ਇੱਥੇ ਕੀ ਹੋਈ ਸੀ, ਮਲਟੀਪਲੀਕੇਸ਼ਨ ਹੋਈ ਸੀ, ਇੱਥੇ ਗਰੋਥ ਹੋਈ ਸੀ। ਔਰ ਜਿਹੜੀ ਇਹ ਵਾਲੀ ਹੈਗੀ ਸਾਡੀ,
ਐਂਡ ਤੱਕ ਦਿਸ ਇਜ਼ ਕੋਲਡ, ਇਹਨੂੰ ਅਸੀਂ ਕੀ ਕਹਿ ਦਿੰਦੇ ਹਾਂ ਬੇਟਾ, ਸਾਡੀ ਕਿਹੜੀ ਫੇਜ਼ ਸੀ, ਇਹਨੂੰ ਅਸੀਂ ਕਹਿੰਦੇ ਹਾਂ ਮੈਚੋਰ, ਯਾਨੀ ਕਿ ਮੈਚੋਰੇਸ਼ਨ ਫੇਜ਼। ਕਿਹੜੀ ਫੇਜ਼ ਸੀ ਬੇਟਾ ਸਾਡੀ, ਮੈਚੋਰੇਸ਼ਨ ਫੇਜ਼। ਹੁਣ ਅਸੀਂ ਇਹਨਾਂ ਨੂੰ ਡਿਸਕਸ ਕਰਾਂਗੇ। ਓਕੇ, ਹੁਣ ਅਸੀਂ ਇਹਨਾਂ ਦੇ ਬਾਰੇ ਲਿਖ ਦਿੰਦੇ ਹਾਂ ਕਿ ਕਿਹੜੀ ਕਿਹੜੀ ਫੇਜ਼ ਆ। ਔਰ ਦੇਖੋ ਸਭ ਤੋਂ ਪਹਿਲਾਂ ਬੇਟਾ ਜਿਹੜੀ ਫੇਜ਼ ਹੁੰਦੀਆਂ ਨੇ, ਹੁਣ ਅਸੀਂ ਅਗਰ ਅਸੀਂ ਤੁਸੀਂ ਡਾਇਗਰਾਮ ਨੂੰ ਬੜੇ ਧਿਆਨ ਨਾਲ ਦੇਖਿਆ, ਅਸੀਂ ਕਿਹਾ ਸੀ ਕਿ ਇਹਦੀ 3 ਫੇਜ਼ ਨੇ। ਕਿਹੜੀਆਂ ਫੇਜ਼ ਨੇ ਬੇਟਾ, 3 ਫੇਜ਼ ਨੇ। ਕਿਹੜੀ ਕਿਹੜੀ ਫੇਜ਼ ਸੀ, ਸਭ ਤੋਂ ਪਹਿਲਾਂ ਕਿਹੜੀ ਸੀ, ਮਲਟੀਪਲੀਕੇਟਿਵ, ਮਲਟੀਪਲੀਕੇਟਿਵ, ਠੀਕ ਹੈ। ਜਿਹੜੀ ਸਾਡੀ ਮਲਟੀਪਲੀਕੇਟਿਵ ਫੇਜ਼ ਸੀ, ਇਹਦੇ ਵਿੱਚ ਕੀ ਹੁੰਦਾ ਪਿਆ ਸੀ ਬੇਟਾ, ਜਿਹੜਾ ਸਾਡਾ ਫੀਮੇਲ ਜਰਮ ਸੈੱਲ ਸੀ, ਪਹਿਲਾਂ ਫੀਮੇਲ ਜਰਮ ਸੈੱਲ ਸੀ ਨਾ, ਫੀਮੇਲ ਜਰਮ ਸੈੱਲ ਸੀ, ਉਹ ਕੀ ਕਰ ਰਿਹਾ ਸੀ, ਡਿਵਾਈਡ। ਇਹਦੇ ਵਿੱਚ ਕੀ ਹੋ ਰਹੀ ਸੀ ਬੇਟਾ, ਡਿਵੀਜ਼ਨ ਹੋ ਰਹੀ ਸੀ, ਡਿਵਾਈਡ ਕਰ ਰਿਹਾ ਸੀ। ਡਿਵਾਈਡ ਕਿੱਦਾਂ ਕਰ ਰਿਹਾ ਸੀ, ਕਿਹੜੀ ਪ੍ਰੋਸੈਸ ਦੇ ਥਰੂ ਕਰ ਰਿਹਾ ਸੀ, ਮਾਈਟੋਸਿਸ ਦੇ ਥਰੂ, ਠੀਕ ਹੈ। ਔਰ ਇਹਨੇ ਕੀ ਕਿਹਾ, ਡਿਵਾਈਡ ਕਿੱਦਾਂ ਕਰ ਰਿਹਾ ਸੀ, ਮਾਈਟੋਸਿਸ ਪ੍ਰੋਸੈਸ ਦੇ ਥਰੂ, ਠੀਕ ਹੈ। ਇਹਦੇ ਵਿੱਚ ਕੀ ਹੋਇਆ ਸੀਗਾ, ਸਭ ਤੋਂ ਪਹਿਲਾਂ ਤਾਂ ਜਿਹੜਾ ਸਾਡਾ ਪ੍ਰਾਇਮਰੀ ਊਸਾਈਟ ਸੀਗਾ, ਪ੍ਰਾਇਮਰੀ ਊਸਾਈਟ ਅਰੈਸਟ ਹੋਇਆ ਸੀ। ਨਾਲ ਨਾਲ ਤੁਸੀਂ ਡਾਇਗਰਾਮ ਨੂੰ ਦੇਖਣਾ ਧਿਆਨ ਨਾਲ। ਪ੍ਰਾਇਮਰੀ ਊਸਾਈਟ, ਅਗਰ ਤੁਸੀਂ ਨੋਟਸ ਨਾਲ ਨਾਲ ਬਣਾ ਰਹੇ ਹੋ ਤਾਂ ਨਾਲ ਨਾਲ ਦੇਖਣਾ। ਪ੍ਰਾਇਮਰੀ ਊਸਾਈਟ ਅਰੈਸਟ ਹੋਇਆ ਸੀ ਬੇਟਾ ਇੱਥੇ ਕਿਹੜੀ ਸਟੇਜ ਤੇ, ਐਟ डिप्लोटीन stage, डिप्लोटीन stage at prophase first of meiosis first, यानी कि इतने कंप्लीट नहीं होया ये प्रोसैस, ठीक है, क्योंकि इतने होल्ड हो गया। उस तो बाद ਇਹਦੇ ਵਿੱਚ ਕੀ ਹੋਇਆ ਸੀਗਾ, ਇਹ ਸਟਾਰਟ ਕਦੋਂ ਹੁੰਦੀ ਹੈ ਵਾਲੀ, ਸਟਾਰਟਸ ਐਟ ਸੈਕਿੰਡ ਮੰਥ ਆਫ ਪ੍ਰੈਗਨੈਂਸੀ, second month of pregnancy till 5.5 month of pregnancy, इतों तक रहेगी till 5.5 month of pregnancy। अच्छा, सेकेंड जी फेज सी बेटा साड़ी केड़ी सीगी, ग्रोथ फेज। सेकेंड फेज केड़ी सी साड़ी, ग्रोथ फेज। अच्छा, इस ग्रोथ फेज जी हैगी ना, ये सब तो लॉन्गेस्ट फेज आ, दैट इज़ द लॉन्गेस्ट फेज, ग्रोथ फेज जी हैगी है, ठीक है। ਇਹਦੇ ਵਿੱਚ ਜਿਹੜਾ ਹੋਇਆ ਸੀ, ਜਿਹੜਾ ਸਾਡਾ ਪ੍ਰਾਇਮਰੀ ਊਸਾਈਟ ਸੀਗਾ, ਪ੍ਰਾਇਮਰੀ ਊਸਾਈਟ ਇਹਨੇ ਕੀ ਓਬਟੇਨ ਕਰਨਾ ਸੀਗਾ, ਨਿਊਟ੍ਰੀਸ਼ਨ। ਪ੍ਰਾਇਮਰੀ ਊਸਾਈਟ ਓਬਟੇਨ ਨਿਊਟ੍ਰੀਸ਼ਨ ਐਂਡ ਗਰੋ, ਕਿਉਂਕਿ ਨਿਊਟ੍ਰੀਸ਼ਨ ਤੋਂ ਬਾਅਦ ਹੀ ਇਹਨੇ ਕੀ ਕਰਨਾ ਹੈਗਾ, ਵਧਣਾ ਹੈਗਾ। ਪ੍ਰਾਇਮਰੀ ਊਸਾਈਟ ਆ ਦੇਖੋ ਬੱਚਾ, ਅਸੀਂ ਇਹ ਕਿਹਾ ਸੀ ਨਾ ਸਾਡਾ ਇੱਥੋਂ, ਹੁਣ ਅਸੀਂ ਕੀ ਕਿਹਾ ਸੀ, ਇਹ ਸਾਡੀ ਗਰੋਥ ਫੇਜ਼ ਸੀਗਾ। ਇਹਦੀ ਗਰੋਥ ਕਦੋਂ ਹੋਏਗੀ, ਜਦੋਂ ਜਿਹੜਾ ਪ੍ਰਾਇਮਰੀ ਊਸਾਈਟ ਹੈ ਇਹਨੂੰ ਨਰਿਸ਼ਮੈਂਟ ਮਿਲੇਗੀ ਪ੍ਰੋਪਰ, ਤਾਂ ਇਹਦੀ ਗਰੋਥ ਹੋਣੀ ਹੈ, ਠੀਕ ਹੈ। ਹੁਣ ਅਸੀਂ ਕਰ ਦਿੱਤਾ ਹੈਗਾ ਕਿ ਜਿਹੜਾ ਸਾਡਾ ਪ੍ਰਾਇਮਰੀ ਊਸਾਈਟ ਇਹਦੀ ਗਰੋਥ ਹੋ ਗਈ, ਇਹਨੇ ਵਧਣਾ ਹੈਗਾ। ਥਰਡ ਜਿਹੜੀ ਬੇਟਾ ਸਾਡੀ ਫੇਜ਼ ਹੈਗੀ ਆ, ਦੈਟ ਇਜ਼ ਮੈਚੂਰੇਸ਼ਨ ਫੇਜ਼। ਥਰਡ ਫੇਜ਼ ਕਿਹੜੀ ਹੈਗੀ ਬੱਚਾ ਸਾਡੀ, ਮੈਚੂਰੇਸ਼ਨ ਫੇਜ਼, ਠੀਕ ਹੈ। ਹੁਣ ਜਿਹੜੀ ਸਾਡੀ ਇਹ ਮੈਚੂਰੇਸ਼ਨ ਫੇਜ਼ ਆ, ਮੈਚੂਰੇਸ਼ਨ ਫੇਜ਼ ਦੇ ਵਿੱਚ ਕੀ ਹੋਇਆ ਸੀਗਾ, ਜਿਹੜਾ ਸਾਡਾ ਪ੍ਰਾਇਮਰੀ ਊਸਾਈਟ ਹੈ, ਪ੍ਰਾਇਮਰੀ ਊਸਾਈਟ ਇਹਨੇ ਕੀ ਕੰਪਲੀਟ ਕੀਤੀ ਸੀਗੀ, ਕੰਪਲੀਟ ਇਟਸ ਮਿਓਸਿਸ ਫਸਟ। ਇਹਨੇ ਕੀ ਕੀਤਾ ਸੀ, ਮਿਓਸਿਸ ਫਸਟ ਨੂੰ ਕੰਪਲੀਟ ਕੀਤਾ ਸੀ, ਔਰ ਇਹ ਤੋਂ ਕੀ ਬਣਿਆ ਸੀ, ਟੂ ਫਾਰਮ ਫਸਟ ਪੋਲਰ ਬੋਡੀ। ਕੀ ਬਣਿਆ ਸੀ ਬੇਟਾ, ਜੋ ਫਸਟ ਪੋਲਰ ਬੋਡੀ ਦੀ ਫੋਰਮੇਸ਼ਨ ਹੋਈ ਸੀ, ਠੀਕ ਹੈ। ਫਸਟ ਪੋਲਰ ਬੋਡੀ ਬਣੀ ਔਰ ਬਣਿਆ ਸੀ ਸੈਕੰਡਰੀ ਊਸਾਈਟ, ਠੀਕ ਹੈ। ਯਾਨੀ ਕਿ ਮੈਚੂਰੇਸ਼ਨ ਫੇਜ਼ ਦੇ ਵਿੱਚ ਆ ਕੇ ਸੈਕੰਡਰੀ ਊਸਾਈਟ ਬਣਿਆ ਸੀਗਾ। ਜਦੋਂ ਕਦੋਂ ਹੋਈ ਸੀ, ਜਦੋਂ ਮਿਓਸਿਸ ਕੰਪਲੀਟ ਹੋ ਗਈ ਸੀਗੀ। ਹੁਣ ਬੱਚਾ ਜਿਹੜਾ ਸਾਡਾ ਇਹ ਸੈਕੰਡਰੀ ਊਸਾਈਟ ਹੈਗਾ, ਇਹ ਕਦੋਂ ਅਰੈਸਟ ਹੋ ਗਿਆ ਸੀ, ਇਹ ਫੇਰ ਅਰੈਸਟ ਹੋ ਗਿਆ ਸੀ, ਇੱਧਰ ਆ ਕੇ ਹੋਲਡ ਤੇ ਚਲਾ ਗਿਆ ਸੀ। ਅਰੈਸਟ ਐਟ ਮੈਟਾਫੇਜ਼ 2, ਮੈਟਾਫੇਜ਼ 2 ऑफ ਮਿਓਸਿਸ 2, ਠੀਕ ਹੈ। ਇੱਥੇ ਆ ਕੇ ਅਰੈਸਟ ਹੋ ਗਿਆ ਸੀ ਦੁਬਾਰਾ। ਹੁਣ ਉਸ ਤੋਂ ਬਾਅਦ ਇੱਥੇ ਕੀ ਹੋਇਆ ਸੀ ਬੇਟਾ, ਓਵੂਲੇਸ਼ਨ ਹੋਈ। ਓਵੂਲੇਸ਼ਨ ਦੇ ਵਿੱਚ ਕੀ ਹੋਇਆ ਸੀਗਾ, ਸਾਡਾ ਸੈਕੰਡਰੀ ਜਿਹੜਾ ਊਸਾਈਟ ਹੈ ਉਹ ਕੀ ਹੋਇਆ ਸੀ, ਰਿਲੀਜ਼, ਠੀਕ ਹੈ। ਸੈਕੰਡਰੀ ਊਸਾਈਟ ਕੀ ਹੋਇਆ ਸੀ, ਰਿਲੀਜ਼। ਹੁਣ ਔਨ ਅਰਾਈਵਲ ਆਫ ਸਪਰਮ, ਜਦੋਂ ਸਪਰਮ ਆਏਗਾ ਨਾ ਬੇਟਾ, ਤਾਂ ਜਿਹੜੀ ਸਾਡੀ ਮਿਓਸਿਸ ਹੈ ਕਿਹੜੀ ਹੈ, ਮਿਓਸਿਸ 2, ਠੀਕ ਹੈ। ਇਹ ਕੀ ਹੋ ਜਾਏਗੀ, ਕੰਪਲੀਟ। ਇਹ ਕੀ ਹੋ ਜਾਏਗੀ ਬੇਟਾ, ਕੰਪਲੀਟ ਹੋ ਜਾਏਗੀ, ਠੀਕ ਹੈ। ਔਰ ਨਾਲ ਕੀ ਬਣੇਗਾ, ਕਿਹਦੀ ਫੋਰਮੇਸ਼ਨ ਕਰੇਗੀ, ਸੈਕਿੰਡ ਪੋਲਰ ਬੋਡੀ ਦੀ। ਕੀ ਬਣੇਗਾ ਇੱਥੇ, ਸੈਕਿੰਡ ਪੋਲਰ ਬੋਡੀ।
और नाल की बनेगा साडा मैच्योर गैमीट। नाल की दी फॉर्मेशन हुई बेटा मैच्योर गैमीट दी फॉर्मेशन हुई। तो यानी कि ਜਿਹੜਾ ਇਹ ਸਾਰਾ ਸੀਗਾ ਪਹਿਲਾ ਸੀ ਮਲਟੀਪਲੀਕੇਟਿਵ ਫੇਜ਼ ਜਦੋਂ ਡਿਵੀਜ਼ਨਸ ਹੋਈਆਂ, ਠੀਕ ਹੈ। ਸੈਕੰਡ ਸੀ ਗਰੋਥ ਫੇਜ਼ ਔਰ ਮੈਚੂਰੇਸ਼ਨ ਦੇ ਫੇਜ਼ ਸਾਡੀ ਮਿਓਸਿਸ ਫਸਟ ਕੰਪਲੀਟ ਹੋ ਗਈ ਸੀ ਤੇ ਨਾਲ ਕੀ ਬਣਾ ਸੀ ਫਸਟ ਪੋਲਰ ਬੋਡੀ ਤੇ ਸੈਕੰਡਰੀ ਓਸਾਈਟ। ਓਵੂਲੇਸ਼ਨ ਹੋਈ ਇਹਦੇ ਵਿੱਚ ਔਰ ਮਿਓਸਿਸ 2 ਕੰਪਲੀਟ ਹੋਈ ਔਰ ਲਾਸਟ ਤੇ ਸਾਨੂੰ ਕੀ ਮਿਲਿਆ ਮੈਚੂਰ ਗੈਮੀਟ ਔਰ ਸੈਕੰਡ ਪੋਲਰ ਬੋਡੀ, ਠੀਕ ਹੈ। ਤਾਂ ਇਹ ਜਿਹੜੀ ਸੀਗੀ ਬੇਟਾ ਇਹ ਸਾਡਾ ਸੀ ਪੂਰਾ ਓਜੈਨੇਸਿਸ। ਕੀ ਸੀ ਬੱਚੇ ਸਾਡਾ ਪੂਰਾ ਓਜੈਨੇਸਿਸ। ਤੇ ਹੁਣ ਜਿਹੜਾ ਅਸੀਂ ਦੂਸਰਾ ਡਿਸਕਸ ਕਰਨਾ ਹੈਗਾ ਉਹ ਹੈਗਾ ਸਾਡਾ ਹਾਰਮੋਨਲ ਕੰਟਰੋਲ। ਕੀ ਹੈਗਾ ਹਾਰਮੋਨਲ ਕੰਟਰੋਲ of female reproductive system, ठीक है। ये साडा हैगा बच्चों हार्मोनल कंट्रोल किहदा हैगा फीमेल रिप्रोडक्टिव सिस्टम का। हुण बच्चे अगर असीं हार्मोन कंट्रोल की करिए तो सानूं पता हैगा जो प्यूबर्टी टाइम ते की हुंदा हाइपोथैलेमस जिहड़ा हैगा वो एक्टिवेट हो जाता। हुण जदों हाइपोथैलेमस जिहड़ा हैगा ये एक्टिवेट हो जाएगा, की एक्टिवेट होया बेटा साडा हाइपोथैलेमस। हुण जदों हाइपोथैलेमस जिहड़ा है एक्टिवेट होएगा हाइपोथैलेमस, ठीक है। हाइपोथैलेमस है ब्रेन च है, इन्हें एक्टिवेट होना की रिलीज़ करना गोनेडोट्रोपिन रिलीजिंग हार्मोन GnRH। ये GnRH बेटा किते एक्ट करेगा एंटीरियर पिट्यूटरी ते, किते एक्ट किया एंटीरियर पिट्यूटरी के ऊपर। और दिस एंटीरियर पिट्यूटरी दैट रिलीज 2 हार्मोन, इन्हें 2 हार्मोन्स नूं रिलीज़ करना। फर्स्ट वन इज़ FSH एंड सैकेंड वन इज़ LH, दोनों नूं रिलीज़ करेगा। जिहड़ा FSH यानी कि फॉलिकल स्टिमुलेटिंग हार्मोन आ ये किहदे उपर एक्ट करेगा, ये बेटा एक्ट करेगा साडे ग्रैन्युलोसा सैल्स के उपर। किहदे उपर एक्ट करेगा ग्रैन्युलोसा सैल्स, इट एक्ट ऑन ग्रैन्युलोसा सैल्स। जो ग्रैन्युलोसा सैल्स के उपर बेटा की करेगा एक्ट करेगा तो उस टाइम जिहड़ा हैगा जिहड़े साडे नंबर है, नंबर किस चीज़ आ ग्रैन्युलोसा सैल्स आ एक ही हो जाएगा इंक्रीज़ करेगा, दैट गेट इंक्रीज़, ओके। हुण इस तो बाद की है यानी कि असीं कह सकते हैं कि जिहड़ा साडा FSH आ इहदा काम की हुंदा, इन्हें साडे प्राइमरी फॉलिकल नूं सैकेंडरी च कन्वर्ट करवाना, सैकेंडरी तो की बनेगा बेटा टर्शरी च कन्वर्ट करेगा। मीनस कि FSH जिहड़ा हैगा इट हैल्प्स इन द किहदी करवाया डिवेलपमेंट ऑफ फॉलिकल्स, यानी कि इन्हें तो फॉलिकल्स नूं डिवेलप करवाना है। जिहड़ा साडा ल्यूटिनाइजिंग हार्मोन आ दैट एक्ट ऑन थीका सैल, किहदे उपर काम करेगा थीका सैल के उपर काम करेगा। जदों बेटा थीका सैल के उपर काम करेगा तो अगे जिहड़ा थीका सैल है, थीका सैल के नीचे की हुंदा एंड्रोजन्स, इहदे नीचे की पिया हुंदा बेटा एंड्रोजन। ये जिहड़ा एंड्रोजन बनाएगी कितों बनाएगी कोलेस्ट्रोल तो, कितों बनेगा कोलेस्ट्रोल तो, ठीक है। हुण जिहड़े एंड्रोजन के नीचे जिहड़े हैगे की पए हुंदे आ वाले ग्रैन्युलोसा सैल्स पे हुंदे ने, की पे हुंदे ने बेटा ग्रैन्युलोसा सैल्स, ठीक है। तो ये जिहड़ा एंड्रोजन है ये कित्थे तक पहुँचेगा वो बस इत्थे तक आएगा। किहड़ी प्रोसैस के थ्रू जाएगा बेटा डिफ्यूजन के थ्रू, किहदे थ्रू जाएगा डिफ्यूजन के थ्रू पहुँचेगा। और इन्हें की करना हैगा कित्थे तक जाएगा बेटा ग्रैन्युलोसा सैल जिहड़ा हैगा कित्थे बाय डिफ्यूजन के थ्रू की होएगा ग्रैन्युलोसा सैल्स तक। और इत्थे बेटा एक एंजाइम प्रेजेंट हुंदा, इस एंजाइम का नेम है एरोमिटेज। की नाम है इहदा एरोमिटेज। ये जिहड़ा एरोमिटेज एंजाइम है ये एंड्रोजन नूं इन्हें की करना, एरोमिटेज एंजाइम ने इहदे उपर एक्ट किया, एंड्रोजन ने किहदे उपर मतलब एरोमिटेज एंजाइम आ जिहड़ा हैगा एक्ट करेगा इन्हां दे उपर। जिद्दां ही एरोमिटेज इहदे उपर एक्ट करेगा यानी कि ग्रैन्युलोसा सैल्स के उपर एक्ट करेगा या नंबर ऑफ ग्रैन्युलोसा सैल्स के उपर चाहे तुसीं कह लो एक्ट करेगा, ठीक है। जिद्दां मैं नंबर ऑफ ग्रैन्युलोसा सैल्स के उपर एक्ट किया बेटा इन्हें की रिलीज़ करना हैगा इत्थे एस्ट्रोजन, की रिलीज़ करना हैगा बेटा इत्थे एस्ट्रोजन, यानी कि एस्ट्रोजन की फॉर्मेशन करेगा ये ग्रैन्युलोसा सैल्स। समझ आ गई। यानी कि LH ने सब तो पहला थीका के उपर एक्ट करना, थीका ने किनू देखना है कि उपर एक्ट करना एंड्रोजन के उपर, एंड्रोजन ने किनू देखना है एंड्रोजन के नीचे की पे होंगे ग्रैन्युलोसा सैल्स पे होंगे ने। तो इन्हें की करना हैगा ये जिहड़ा एंड्रोजन हैगा विद द हैल्प ऑफ एंजाइम दैट इज़ एरोमिटेज है की करेगा एरोमिटेज किहदे उपर एक्ट करेगा, इन्हें की करना हैगा ग्रैन्युलोसा सैल्स एक्ट करना हैगा। तो इन्हें की रिलीज़ करना हैगा एस्ट्रोजन नूं रिलीज़ करना, किनू रिलीज़ करना हैगा बेटा एस्ट्रोजन नूं रिलीज़ करना। तो अगर तो जिहड़ा ये एस्ट्रोजन का लैवल लो रहेगा, एस्ट्रोजन का लैवल की एस्ट्रोजन का हैगा लैवल लो रहेगा, लो लैवल ऑफ एस्ट्रोजन।
अगर तो एस्ट्रोजन का लैवल लो रहेगा तो ये बेटा की देगा नैगेटिव फीडबैक, की देगा नैगेटिव फीडबैक, किनू देगा टू LH नू, नैगेटिव फीडबैक टू LH। और अगर तो यदा लैवल जोड़ा है एस्ट्रोजन का हाई रहा, हाई लैवल ऑफ एस्ट्रोजन, हाई लैवल ऑफ एस्ट्रोजन, अगर इहदा लैवल हाई रहेगा तो ये की देगा बेटा पॉजिटिव फीडबैक देगा टू LH, पॉजिटिव फीडबैक टू LH। ਇਹਦਾ मतलब ये है कि ਜਦੋਂ ग्रैन्युलोसा सैल्स डिवेलप होने शुरू हो जाएंगे, जो बेटा ਜਿਹੜੇ ग्रैन्युलोसा सैल्स की डिवेलपमेंट स्टार्ट होएगी तो ओबवियस है उस टाइम एस्ट्रोजन की भी फॉर्मेशन स्टार्ट हो जानी है। जिदा इनकी इनीशिएशनस होंगी है, स्टार्टिंग होंगी, उस टाइम जो एस्ट्रोजन का लैवल है वो घट होंगे, ठीक है, एस्ट्रोजन का लैवल घट होएगा। अगर एस्ट्रोजन का लैवल बेटा घट रहेगा तो नैगेटिव फीडबैक देगा LH नू। हुण जिस तरह ग्रैन्युलोसा सैल्स की जी है ग्रोथ होंदी जाएगी तो जो एस्ट्रोजन का लैवल है वो भी बढ़ता जाएगा। अगर एस्ट्रोजन का लैवल बढ़ेगा तो उन्हें कि देना पॉजिटिव फीडबैक देनी, किनू देनी LH नू, किनू देगी पॉजिटिव फीडबैक साढ़े LH नू, यानी कि देगा पॉजिटिव फीडबैक देगा। ठीक है बेटा, ओके, ये बारे हो गया। तो अगर असी गल करिए नॉर्मल, ये सीगा बेटा साडा पूरा हार्मोनल कंट्रोल के बारे किहदे विच रिप्रोडक्टिव सिस्टम, फीमेल रिप्रोडक्टिव सिस्टम। क्योंकि देखो बेटा हाइपोथैलेमस ने GnRH के उपर एक्ट किया, GnRH ने किहदे उपर एक्ट किया, एंटीरियर पिट्यूटरी के उपर। ये जी एंटीरियर पिट्यूटरी है ना वैसे ओवरी के उपर एक्ट करती है और की रिलीज़ करेगी, देखो इधर अगर मैं देखो बेटा ये साडा सी हाइपोथैलेमस, हाइपोथैलेमस, ओके। हाइपोथैलेमस ने बेटा की रिलीज़ किया GnRH, ठीक है। GnRH ने की किते दे उपर एक्ट किया, एंटीरियर पिट्यूटरी के उपर एक्ट किया। ये जी एंटीरियर पिट्यूटरी बेटा की रिलीज़ कर दे, एक तो LH, दूसरा साडा FSH, दोनों रिलीज़ किए और कि उपर एक्ट करेगी, ओवरी के उपर, ठीक है बेटा। की रिलीज़ कि उपर एक्ट करेगी, ओवरी के उपर। ये जी ओवरी हैगी आ, ओवरी ने की रिलीज़ करना, एक तो एस्ट्रोजन नू, एक तो एस्ट्रोजन नू और दूसरा किनू रिलीज़ करना बेटा प्रोजेस्ट्रॉन नू, ठीक है, प्रोजेस्ट्रॉन नू इन्हों रिलीज़ करना। हुण ध्यान नाल देखना, इन्हों इन्हें रिलीज़ करना, ओके। हुण देखो बेटा जो ये रिलीज़ होएगा एस्ट्रोजन और प्रोजेस्ट्रॉन कौन रिलीज़ करेगा, थ्रू ओवरी। तो अगर तो देखो बेटा अगर तो एस्ट्रोजन का जोड़ा मैं सिर्फ गल करती पई एस्ट्रोजन दी, इफ़ द लैवल ऑफ एस्ट्रोजन इज़ लो, अगर तो एस्ट्रोजन का लैवल जोड़ा है मैं लिखा लो लैवल आ, की लिखा बेटा लो लैवल है, तो उस टाइम जोड़ा हैगा इट गिव्स नैगेटिव फीडबैक टू LH। इन्हें किनू दी नैगेटिव फीडबैक दी, किनू दी LH नू दी, यानी कि ल्यूटिनाइजिंग हार्मोन, किनू दी बेटा ल्यूटिनाइजिंग हार्मोन नू। अगर तो यही एस्ट्रोजन का लैवल जोड़ा हैगा वो हाई हो गया, हाई लैवल, ठीक है, तो इन्हें बेटा की करना हैगा, तो इन्हें पॉजिटिव फीडबैक बच्चे किनू देना हैगा, LH नू देना। तो इन्हें किनू देना बेटा पॉजिटिव फीडबैक LH नू देना, ठीक है। ल्यूटिनाइजिंग हार्मोन नू की दिता पॉजिटिव फीडबैक। हुण बेटा जो इनू पॉजिटिव फीडबैक मिलिया LH नू, तो ओबवियसली की होएगा, LH की होएगा साडा इत्थे सर्ज होएगा, LH पीक होएगी। अगर LH सर्ज होएगा तो सानू पता जो LH सर्ज होया सी 14th डे, उस टाइम की होया सी बेटा ओवुलेशन, ओवुलेशन हुई सी ना। और जो ओवुलेशन हुई सी तो की होया सीगा, जिहड़ा साडा सी सेकेंडरी oocyte रिलीज़ होया सी अलॉन्ग विद जोना पैलिसिडा एंड कोरोना रेडिटा। और जिहड़ा रिमेनिंग सीगा उन्होंने असीं की नाम दिता सी बेटा, रिमेनिंग इज़ कॉर्पस ल्यूटियम। रिमेनिंग नूं की किहा सी, जिहड़े ग्रैन्युलोसा सैल सी थीका सी, दैट इज़ कॉल्ड कॉर्पस ल्यूटियम। ये जिहड़ा बेटा कॉर्पस ल्यूटियम हैगा, कॉर्पस ल्यूटियम ने की करना, कॉर्पस ल्यूटियम का काम हैगा जिहड़ी एंडोमैट्रियम है, ठीक है, एंडोमैट्रियम नूं की करवाना हैगा, थिक करना हैगा, एंडोमैट्रियम नूं मेनटेन करके रखना, यानी कि उन्होंने थिक करना। दूसरा जिहड़ा साडा हैगा ना कॉर्पस ल्यूटियम, इन्हें दूसरा काम की हैगा कि इनू की बनाना, एंडोमैट्रियम नूं इहदा काम हुंदा ग्लैंडुलर बनाना, ग्लैंडुलर उन्होंने की बनाना बेटा हैगा ग्लैंडुलर बनाना, ठीक है। ये काम हो गए, ये असीं कदों गल करते पे जो हाई लैवल हो जाएगा एस्ट्रोजन का, ठीक है। हुण देखो बेटा जिहड़ा साडा कॉर्पस ल्यूटियम सीगा, कॉर्पस ल्यूटियम मेनली जिहड़ा सिक्रीट करदा वो हैगा प्रोजेस्ट्रोन सिक्रीट करदा, मेनली की सिक्रीट करदा बच्चे, प्रोजेस्ट्रोन सिक्रीट करदा। और जिहड़ा प्रोजेस्ट्रोन हैगा
ਇਹ ਕੀ ਕਰ ਦੇਗਾ, ਐਂਡੋਮੈਟਰੀਅਮ ਬਣਾਏਗਾ ਸਾਡੀ ਕਿਹਨੂੰ, ਗਲੈਂਡੂਲਰ, ਮਤਲਬ ਐਂਡੋਮੈਟਰੀਅਮ ਨੂੰ ਗਲੈਂਡੂਲਰ ਬਣਾ ਦੇਗਾ। ਓਕੇ, ਹੁਣ ਅਸੀਂ ਗੱਲ ਕਰਦੇ ਪਏ ਇਹਨਾਂ ਦੋਨਾਂ ਦੀ, ਐਸਟ੍ਰੋਜਨ ਔਰ ਪ੍ਰੋਜੈਸਟਰੋਨ ਦੀ। ਸੁਣੋ, ਲਿਸਨ ਟੂ ਮੀ ਵੈਰੀ ਕੇਅਰਫੁਲੀ। ਹੁਣ ਅਸੀਂ ਪਹਿਲਾਂ ਤੁਸੀਂ ਸਿਰਫ ਐਸਟ੍ਰੋਜਨ ਦੀ ਗੱਲ ਕੀਤੀ, ਹੁਣ ਅਸੀਂ ਗੱਲ ਕਰਦੇ ਪਏ ਐਸਟ੍ਰੋਜਨ ਔਰ ਪ੍ਰੋਜੈਸਟਰੋਨ ਦੋਨਾਂ ਦੀ। ਅਗਰ ਐਸਟ੍ਰੋਜਨ ਔਰ ਪ੍ਰੋਜੈਸਟਰੋਨ ਦਾ ਲੈਵਲ ਵੱਧ ਜਾਂਦਾ, ਇਹਨਾਂ ਦੋਨਾਂ ਦਾ ਲੈਵਲ ਹਾਈ ਹੋ ਜਾਂਦਾ, ਹਾਈ ਲੈਵਲ, ਠੀਕ ਹੈ। ਅਗਰ ਹਾਈ ਲੈਵਲ ਹੋ ਜਾਏਗਾ ਤਾਂ ਇਹ ਨੈਗੇਟਿਵ ਫੀਡਬੈਕ ਦੇਗਾ, ਕਿਹਨੂੰ ਦੇਗਾ ਬੇਟਾ, ਨੈਗੇਟਿਵ ਫੀਡਬੈਕ। ਨੈਗੇਟਿਵ ਫੀਡਬੈਕ ਸਾਡੇ ਇਹ FSH ਨੂੰ ਵੀ ਦੇਗਾ, ਨੈਗੇਟਿਵ ਫੀਡਬੈਕ ਸਾਡੇ ਇਹ ਕਿਹਨੂੰ ਦੇਗਾ, LH ਨੂੰ ਵੀ ਦੇਗਾ। ਔਰ ਇਹੀ ਜਿਹੜਾ ਹੈਗਾ ਸਾਡੀ ਜਿਹੜੀ ਨੈਗੇਟਿਵ ਫੀਡਬੈਕ ਸਾਡੀ ਐਂਟੀਰੀਅਰ ਨੂੰ ਵੀ ਦੇਗਾ, ਔਰ ਨੈਗੇਟਿਵ ਫੀਡਬੈਕ ਸਾਡੇ ਹਾਈਪੋਥੈਲੇਮਸ ਨੂੰ ਹੀ ਵੀ ਦੇਗਾ, ਠੀਕ ਹੈ। ਮੈਂ ਕਹਿ ਰਹੀ ਅਗਰ ਦੋਨਾਂ ਦਾ ਲੈਵਲ ਵੱਧ ਜਾਏਗਾ ਤਾਂ ਨੈਗੇਟਿਵ ਫੀਡਬੈਕ FSH, LH, ਇੰਟੀਰੀਅਰ ਪਿਟਿਊਟਰੀ ਔਰ ਹਾਈਪੋਥੈਲੇਮਸ ਨੂੰ ਦੇਗਾ, ਠੀਕ ਹੈ। ਠੀਕ ਹੈ, ਪਹਿਲਾਂ ਤਾਂ ਅਗਰ ਅਸੀਂ ਗੱਲ ਕੀਤੀ, ਅਸੀਂ ਕਿਹਾ ਸੀ ਕਿ ਅਗਰ ਐਸਟ੍ਰੋਜਨ ਦਾ ਲੈਵਲ ਵੱਧ ਜਾਂਦਾ ਹੈਗਾ ਤਾਂ ਪੋਜ਼ਿਟਿਵ ਫੀਡਬੈਕ ਪ੍ਰੋਵਾਈਡ ਕਰਦਾ LH ਨੂੰ, ਠੀਕ ਹੈ। ਪਰ ਜਿੱਦਾਂ ਹੀ ਕਾਰਪਸ ਲਿਊਟੀਅਮ ਦੀ ਫੋਰਮੇਸ਼ਨ ਹੋ ਜਾਂਦੀ ਹੈ, ਕਾਰਪਸ ਲਿਊਟੀਅਮ ਬਣ ਜਾਂਦਾ, ਤਾਂ ਐਸਟ੍ਰੋਜਨ ਵੀ ਕੀ ਕਰੇਗਾ, ਨੈਗੇਟਿਵ ਫੀਡਬੈਕ ਦੇਗਾ। ਅਸੀਂ ਪਹਿਲਾਂ ਮੈਂਸ਼ਨ ਨਹੀਂ ਕੀਤਾ ਸੀ ਕਿ ਐਸਟ੍ਰੋਜਨ ਦਾ ਲੈਵਲ ਵਧਣ 'ਤੇ ਉਹ ਪੋਜ਼ਿਟਿਵ ਫੀਡਬੈਕ ਦਿੰਦਾ LH ਨੂੰ, ਠੀਕ ਹੈ। ਪਰ ਹੁਣ ਅਸੀਂ ਕਹਿ ਰਹੇ ਹਾਂ ਕਿ ਜਦੋਂ ਹੀ ਕਾਰਪਸ ਲਿਊਟੀਅਮ ਦੀ ਫੋਰਮੇਸ਼ਨ ਹੋਗੀ ਤਾਂ ਐਸਟ੍ਰੋਜਨ ਵੀ ਨੈਗੇਟਿਵ ਫੀਡਬੈਕ ਦੇਗਾ, ਠੀਕ ਹੈ। ਕਿਹਨੂੰ ਦੇਗਾ ਨੈਗੇਟਿਵ ਫੀਡਬੈਕ, ਹਾਈਪੋਥੈਲੇਮਸ ਨੂੰ। ਕਿਹਨੂੰ ਦੇਣਾ ਬੇਟਾ ਇਹਨੇ ਨੈਗੇਟਿਵ ਫੀਡਬੈਕ, ਐਸਟ੍ਰੋਜਨ ਨੇ। ਇਹ ਜਿਹੜਾ ਹਾਈਪੋਥੈਲੇਮਸ ਹੈ ਨਾ ਇੱਥੇ, ਇਹ ਜਿਹੜਾ ਹਾਈਪੋਥੈਲੇਮਸ ਹੈ ਇਹਨੂੰ ਕੀ ਦੇਗਾ ਬੇਟਾ, ਨੈਗੇਟਿਵ ਫੀਡਬੈਕ। ਕੀ ਦੇਗਾ ਬੇਟਾ, ਨੈਗੇਟਿਵ ਫੀਡਬੈਕ ਦੇਗਾ। ਤੇ ਐਂਟੀਰੀਅਰ ਪਿਟਿਊਟਰੀ ਨੂੰ ਵੀ ਨੈਗੇਟਿਵ ਫੀਡਬੈਕ ਦੇਗਾ, ਠੀਕ ਹੈ। ਤੇ ਯਾਨੀ ਕਿ ਇਹ ਸੀ ਜਿਹੜਾ ਸਾਡਾ ਕਿਹਦੇ ਬਾਰੇ, ਜਿਹੜਾ ਸਾਡਾ ਹਾਰਮੋਨਲ ਕੰਟਰੋਲ ਦੀ ਗੱਲ ਕਰੀਏ ਫੀਮੇਲ ਰੀਪਰੋਡਕਟਿਵ ਸਿਸਟਮ ਦੇ ਵਿੱਚ। ਥੈਂਕ ਯੂ ਆਲ।